ਅਰਵਿੰਦ ਕੇਜਰੀਵਾਲ ਜੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਜੋ ਕਹਿੰਦੇ ਹੁੰਦੇ ਸੀ ਕਿ ਅਸੀਂ ਰਾਜਨੀਤੀ ਦੇ ਵਿੱਚ ਰਾਜਨੀਤੀ ਕਰਨ ਨਹੀਂ ਆਏ ਬਲਕਿ ਰਾਜਨੀਤੀ ਨੂੰ ਬਦਲਣ ਦੇ ਲਈ ਆਏ ਹਾਂ। ਕਿੰਨੀ ਕੁ ਰਾਜਨੀਤੀ ਬਦਲੀ ਉਹਨਾਂ ਦੀ ਔਰ ਕਿੰਨੇ ਕੁ ਉਹ ਬਦਲ ਗਏ, ਇਹ ਜਾਣਨਾ ਬਹੁਤ ਜ਼ਰੂਰੀ ਹੈ। ਔਰ ਇਹਨੂੰ ਜਾਣਨ ਦੇ ਲਈ ਅੱਜ ਦਾ ਇੱਕ ਖਾਸ ਪ੍ਰੋਗਰਾਮ ਹੈ ਜਿਹਦੇ ਵਿੱਚ ਮੇਰੇ ਨਾਲ ਹੋਣਗੇ ਪ੍ਰੋਫੈਸਰ ਜਗਰੂਪ ਸਿੰਘ ਸੇਖੋਂ ਜੀ, ਜੋ ਬਹੁਤ ਸੈਲੀਬ੍ਰੇਟਡ ਵੈਲ ਨੋਨ ਪ੍ਰੋਫੈਸਰ ਨੇ ਰਾਜਨੀਤੀ ਦੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ। ਔਰ ਉਹਨਾਂ ਦੀਆਂ ਲਿਖਤਾਂ ਜਿਹੜੀਆਂ ਨੇ ਅਕਸਰ ਗਾਈਡ ਕਰਦੀਆਂ ਨੇ ਤਾਜ਼ਾ ਹਾਲਾਤਾਂ ਬਾਰੇ ਔਰ ਇਤਿਹਾਸ ਦਾ ਜੋ ਰਾਜਨੀਤਿਕ ਪਿਛੋਕੜ ਪੰਜਾਬ ਦਾ ਰਿਹਾ ਉਹਨਾਂ ਬਾਰੇ। ਸੋ ਅੱਜ ਦੀ ਸ਼ੁਰੂਆਤ ਜਗਰੂਪ ਸਿੰਘ ਸੇਖੋਂ ਜੀ ਨਾਲ ਕਰਨ ਤੋਂ ਪਹਿਲਾਂ ਮੈਂ ਥੈਂਕ ਯੂ ਕਰੂੰਗੀ ਸਰ ਦਾ ਕਿ ਤੁਸੀਂ ਇੱਕ ਸੱਦੇ ਤੇ ਸ਼ਾਮਿਲ ਹੋਏ। ਸਰ ਬਹੁਤ ਸ਼ੁਕਰੀਆ ਜੀ। ਸਰ ਇਹ ਚੀਜ਼ ਨੂੰ ਜਾਣਨਾ ਬਹੁਤ ਇਸ ਸਮੇਂ ਮੈਨੂੰ ਲੱਗਦਾ ਕਨਫਿਊਜ਼ਨ ਦੇ ਵਿੱਚ ਹੈ ਪੰਜਾਬ ਕਿ ਉਹ ਅਰਵਿੰਦ ਕੇਜਰੀਵਾਲ ਜੀ ਜਿਹੜੇ ਇਹ ਕਹਿੰਦੇ ਸੀ ਕਿ ਜਿਹੜਾ ਰਾਮ ਮੰਦਿਰ ਦਾ ਪੂਰਾ ਮੁੱਦਾ ਸੀ ਕਿ ਉੱਥੇ ਰਾਮ ਮੰਦਿਰ ਬਣਾਉਣ ਦੀ ਕੀ ਜ਼ਰੂਰਤ ਹੈ, ਟੈਂਪਲ ਬਣਾਉਣ ਦੀ ਕੀ ਜ਼ਰੂਰਤ ਹੈ, ਉੱਥੇ ਹਸਪੀਟਲ ਬਣ ਜਾਏ ਜਾਂ ਕੁਝ ਲੋਕਾਂ ਦੀ ਵੈਲਫੇਅਰ ਲਈ ਬਣਾ ਦਿੱਤਾ ਜਾਵੇ। ਔਰ ਉਹ ਅਰਵਿੰਦ ਕੇਜਰੀਵਾਲ ਜੀ ਅੱਜ ਸਾਲ 2022 ਦੇ ਵਿੱਚ ਇਹ ਕਹਿੰਦੇ ਨੇ ਕਿ ਦੇਸ਼ ਦੀ ਕਰੰਸੀ ਦੇ ਉੱਤੇ ਟੂ ਬੂਸਟ ਦਾ ਇਕਨੋਮੀ ਦੇਵੀ ਦੇਵਤਿਆਂ ਦੀਆਂ ਤਸਵੀਰਾਂ ਲਗਾ ਦਿੱਤੀਆਂ ਜਾਣ। ਇਹ ਬਦਲਾਵ ਐਡਾ ਵੱਡਾ ਕਿਵੇਂ ਆਇਆ ਸਰ? ਇਹਨੂੰ ਤੁਸੀਂ ਕਿਵੇਂ ਆਬਜ਼ਰਵ ਕੀਤਾ? ਮਨਵੀਰ ਜੀ, ਇਹਨੂੰ ਸਾਰੇ ਨੂੰ ਨਾ ਜੋ ਕੰਟੈਂਪਰੇਰੀ ਸਿਚੁਏਸ਼ਨ ਹੈਗੀ ਆ ਜਾਂ ਕਿਸੇ ਵੀ ਵਿਅਕਤੀ ਨੂੰ ਸਮਝਣ ਵਾਸਤੇ ਤੁਸੀਂ ਜਿਹੜਾ ਥੋੜਾ ਜਿਹਾ ਪਿਛੋਕੜ ਦੇ ਵਿੱਚ ਜਾਣਾ ਪਊਗਾ। ਪਿਛੋਕੜ ਆਪਾਂ ਸ਼ੁਰੂ ਕਰਾਂਗੇ ਜਦੋਂ ਅੰਨਾ ਹਜ਼ਾਰੇ ਜੀ ਨੇ ਜਿਹੜਾ ਹੈਗਾ ਸੀਗਾ ਦੇਸ਼ ਦੇ ਵਿੱਚ ਅੰਦੋਲਨ ਚਲਾਇਆ ਸੀਗਾ, ਖਾਸ ਕਰਕੇ ਨਿਰਭੈ ਦਾ ਕੇਸ ਆਇਆ ਸੀਗਾ। ਔਰ ਦਿੱਲੀ ਦੇ ਵਿੱਚ ਉਸ ਸਮੇਂ ਸੀਸੀ ਸਰਕਾਰ ਸੀਗੀ, ਮਨਮੋਹਨ ਸਿੰਘ ਦੀ ਸਰਕਾਰ ਸੀਗੀ। ਕਾਮਨਵੈਲਥ ਗੇਮਸ ਹੋਈਆਂ ਸੀ 12 ਦੇ ਵਿੱਚ, ਜਾਂ CAG 2 ਵਾਲਾ ਜਿਹੜਾ ਮਸਲਾ ਉਦੋਂ ਉੱਠਿਆ ਸੀਗਾ। ਇਸ ਕਿਸਮ ਦਾ ਮਾਹੌਲ ਪੈਦਾ ਹੋਇਆ ਸੀਗਾ ਕਿ ਇਹ ਸਿਸਟਮ ਬਹੁਤ ਜ਼ਿਆਦਾ ਕਰਪਟ ਹੋ ਗਿਆ ਹੈ ਵੀ ਆ ਕਰਪਟ ਉਹਦੇ ਵਿੱਚੋਂ, ਤੇ ਅਸੀਂ ਜਿਹੜਾ ਹੈਗਾ ਇੱਕ ਨਵੀਂ ਕਿਸਮ ਦੀ ਰਾਜਨੀਤੀ ਜਿਹੜੀ ਆ ਉਹ ਲੈ ਕੇ ਆਵਾਂਗੇ। ਔਰ ਇਹਦੀ ਸ਼ੁਰੂਆਤ ਉਦੋਂ ਹੋਈ ਜਦੋਂ ਖਾਸ ਕਰਕੇ ਜਿਹੜੇ ਪ੍ਰਸ਼ਾਂਤ ਭੂਸ਼ਣ ਜੀ ਹੈਗੇ, ਉਹਨਾਂ ਦੇ ਪਿਤਾ ਜੀ ਸ਼ਾਂਤੀ ਭੂਸ਼ਣ, ਜਿਹੜੇ 1977 ਤੋਂ 80 ਤੱਕ ਜਿਹੜੇ ਉਸ ਸਮੇਂ ਦੇ ਲਾਅ ਮਿਨਿਸਟਰ ਸੀਗੇ, ਉਹਨਾਂ ਨੇ ਇੱਕ ਬਹੁਤ ਵੱਡਾ ਇਸ ਚੀਜ਼ ਨੂੰ ਇੱਕ ਹੁੰਗਾਰਾ ਦਿੱਤਾ ਔਰ ਉਹਨਾਂ ਨੇ ਮਦਦ ਵੀ ਕੀਤੀ ਔਰ ਇਹ ਸ਼ੁਰੂ ਕੀਤਾ। ਤੇ ਉਸ ਸਮੇਂ ਦੇ ਵਿੱਚ ਬਹੁਤ ਹੋਰ ਲੋਕ ਵੀ ਨਾਲ ਜੁੜੇ, ਜਿਨ੍ਹਾਂ 'ਚੋਂ ਬਹੁਤ ਹੀ ਦਾਨਿਸ਼ਮੰਦ ਕਿਸਮ ਦੇ ਲੋਕ ਸੀਗੇ। ਐਡਮਿਰਲ ਰਾਮਦਾਸ ਦਾ ਮੈਂ ਰੈਫਰੈਂਸ ਦੇਣਾ ਚਾਹੂੰਗਾ, ਉਹ ਨੇਵਲ ਫੋਰਸ ਦੇ ਹੈਡ ਸੀਗੇ। ਪ੍ਰਸ਼ਾਂਤ ਭੂਸ਼ਣ ਸੀਗੇ। ਜੋਗਿੰਦਰ ਯਾਦਵ ਅੱਜ ਕੱਲ੍ਹ ਬਹੁਤ ਪਾਪੂਲਰ ਨੇਮ ਹੈਗਾ, ਉਹ ਉਹਦੇ ਵਿੱਚ ਸੀਗੇ। ਪ੍ਰੋਫੈਸਰ ਆਨੰਦ ਕੁਮਾਰ ਸੀਗੇ, ਪ੍ਰੋਫੈਸਰ ਝਾ ਸੀ, ਹੋਰ ਬਹੁਤ ਤਮਾਮ। ਔਰ ਇਹਦੇ ਨਾਲ ਹੀ ਹੋਰ ਬਹੁਤ ਸਾਰੇ ਯੂਥ, ਖਾਸ ਕਰਕੇ ਦਿੱਲੀ ਯੂਨੀਵਰਸਿਟੀ ਦੇ ਵਿੱਚ, JNU ਦੇ ਵਿੱਚ, ਹੋਰਨਾਂ ਥਾਵਾਂ ਦੇ ਉੱਤੋਂ ਜਾਂ ਪੰਜਾਬ ਦੇ ਵਿੱਚ ਵੀ ਬਹੁਤ ਵੱਡਾ ਹੁੰਗਾਰਾ ਮਿਲਿਆ ਸੀਗਾ ਕਿ ਸਾਨੂੰ ਇੱਕ ਵੱਖਰੀ ਕਿਸਮ ਦੀ ਜਿਹੜੀ ਹੈਗੀ ਰਾਜਨੀਤੀ ਚਾਹੀਦੀ ਆ। ਔਰ ਉਹ ਵੱਖਰੀ ਕਿਸਮ ਦੀ ਰਾਜਨੀਤੀ ਲਿਆਉਣ ਦੇ ਜਿਹੜੇ ਆਈਕਨ ਸੀਗੇ ਉਹ ਕੇਜਰੀਵਾਲ ਸਾਹਿਬ ਜਿਹੜੇ ਸੀ, ਕਿਉਂਕਿ ਇਹਨਾਂ ਨੇ ਇੰਡੀਅਨ ਰੈਵਨਿਊ ਸਰਵਿਸ ਦੇ ਵਿੱਚੋਂ ਰਿਜ਼ਾਈਨ ਕਰ ਦਿੱਤਾ ਸੀਗਾ। ਔਰ ਸਾਨੂੰ ਲੱਗਦਾ ਸੀਗਾ ਕਿ ਬਹੁਤ ਵੱਡੀ ਜਿਹੜੀ ਹੈਗੀ ਆ ਉਹਨਾਂ ਦੀ ਉਸ ਸਮੇਂ ਦੀ ਸੈਕਰੀਫਾਈਸ ਹੈਗੀ ਆ। ਔਰ ਇਹ ਬਹੁਤ ਜ਼ਿਆਦਾ ਨੇੜੇ ਸੀ ਉਹਨਾਂ ਦੇ, ਖਾਸ ਕਰਕੇ ਜਿਹੜੇ ਅੰਨਾ ਹਜ਼ਾਰੇ ਸਾਹਿਬ ਸੀਗੇ, ਜਿੰਨਾ ਚਿਰ ਉਹਨਾਂ ਨੇ ਉੱਥੇ ਅਨਸ਼ਨ ਰੱਖਿਆ ਉਹਦੇ ਨਾਲ ਹੁੰਦੇ ਸੀਗੇ। ਜਾਂ ਦਿੱਲੀ ਦੇ ਵਿੱਚ ਸਾਰਾ ਜੋ ਆਪਾਂ ਸਾਰਿਆਂ ਨੇ ਦੇਖਿਆ ਕਿ ਉਸ ਸਮੇਂ ਦੇ ਵਿੱਚ ਜਿਹੜੀ ਮੂਵਮੈਂਟ ਬਣੀ ਸੀ, ਅਮਰਜ ਹੋਈ ਸੀ, ਇਹ ਉਹਦੇ ਵਿੱਚੋਂ ਅਮਰਜ ਹੋਏ ਸੀਗੇ। ਔਰ ਜਿਹੜੇ ਉਹਨਾਂ ਦੇ ਦੂਸਰੇ ਸਾਥੀ ਸੀਗੇ ਉਹਨਾਂ ਨੇ ਵੀ ਇਹਨਾਂ ਨੂੰ ਸਪੋਰਟ ਕੀਤਾ ਵੀ ਠੀਕ ਆ, ਇਹ ਜਿਹੜੇ ਹੈਗੇ ਜਿੱਦਾਂ ਦੀ ਤੁਸੀਂ ਕਿਹਾ ਵੀ ਇਹ ਗੱਲਾਂ ਕਰ ਰਹੇ ਸੀ, ਉਦੋਂ ਵੀ ਕਿਹਾ ਸੀ ਵੀ ਅਸੀਂ ਰਾਜਨੀਤੀ ਦੇ ਵਿੱਚ ਆਉਣ ਵਾਸਤੇ ਨਹੀਂ ਹੈ, ਅਸੀਂ ਰਾਜਨੀਤੀ ਨੂੰ ਸਾਫ਼ ਕਰਨ ਵਾਸਤੇ ਹਾਂ। ਔਰ ਸ਼ਾਇਦ ਇਹਨਾਂ ਦੀਆਂ ਤੁਹਾਨੂੰ ਪੁਰਾਣੀ ਰਿਕਾਰਡਿੰਗ ਵੀ ਮਿਲ ਜਾਊਗੀ ਕਿ ਸਾਡਾ ਤਾਕਤ ਦੇ ਨਾਲ ਕੋਈ ਸੰਬੰਧ ਨਹੀਂ ਹੈਗਾ, ਅਸੀਂ ਇਲੈਕਸ਼ਨ ਜਿਹੜੀ ਹੈਗੀ ਆ ਉਹ ਅਸੀਂ ਤਾਕਤ ਨਹੀਂ ਲਵਾਂਗੇ, ਅਸੀਂ ਜਿਹੜਾ ਹੈਗਾ ਕੋਈ ਸਾਨੂੰ ਆਫਿਸ ਨਹੀਂ ਚਾਹੀਦਾ। ਇਹ ਸਾਰੀਆਂ ਗੱਲਾਂ ਉਹਨਾਂ ਨੇ ਕੀਤੀਆਂ ਸੀਗੀਆਂ। ਸਮਾਂ ਬਦਲਣ ਦੇ ਨਾਲ ਨਾਲ ਤੁਸੀਂ ਦੇਖਿਆ ਹੋਣਾ ਕਿ ਸਭ ਤੋਂ ਜਦੋਂ ਇਹ ਮੋਮੈਂਟਮ ਬਣਿਆ, ਸਭ ਨੂੰ ਪਤਾ ਸੀ ਵੀ ਕੇਂਦਰ ਦੀ ਸਰਕਾਰ ਜਾ ਰਹੀ ਹੈਗੀ ਆ ਔਰ ਉਹਦੇ ਵਿੱਚ ਨਵਾਂ ਇੱਕ ਆਲਟਰਨੇਟਿਵ ਅਮਰਜ ਹੋ ਰਿਹਾ ਸੀ ਜਿਹੜਾ BJP ਵਾਲਾ ਸੀਗਾ। ਔਰ ਇਹਦੇ ਪੈਰਲਲ ਜਿਹੜਾ ਸੀਗਾ ਉਹ ਕੇਜਰੀਵਾਲ ਵਾਲਾ ਜਿਹੜਾ ਸੀਗਾ ਫਿਨੋਮੀਨਨ ਜਿਹੜਾ ਉੱਪਰ ਹੋ ਰਿਹਾ ਸੀਗਾ। ਔਰ ਕੇਜਰੀਵਾਲ ਸਾਹਿਬ ਨੂੰ ਚਾਹੇ ਆਮ ਆਦਮੀ ਪਾਰਟੀ ਨੂੰ ਜਿਹੜਾ ਹੈ, ਇਹਨਾਂ ਦੇ ਤੁਸੀਂ ਸਿੰਬਲ ਦੀ ਗੱਲ ਕਰੋ, ਦੇਖੋ ਸਿੰਬਲ ਵੀ ਬਹੁਤ ਕੈਲਕੂਲੇਟਡ ਸੀਗਾ ਕਿ ਸਾਡੀ ਜਿਹੜੀ ਰਾਜਨੀਤੀ ਹੈਗੀ ਆ ਉਹਦੇ ਵਿੱਚ ਬਹੁਤ ਜ਼ਿਆਦਾ ਸਫਾਈ ਕਰਨ ਦੀ ਲੋੜ ਹੈਗੀ ਆ। ਝਾੜੂ ਉਹਦਾ ਸਿੰਬਲ ਜਿਹੜਾ ਲਿਆਂਦਾ ਗਿਆ, ਕੋਈ ਸਿੰਬਲ ਦੀ ਬਹੁਤ ਇੰਪੋਰਟੈਂਸ ਹੁੰਦੀ ਆ ਰਾਜਨੀਤੀ ਦੇ ਵਿੱਚ, ਉਹ ਲਿਆਂਦਾ ਗਿਆ। ਉਹ ਸਿੰਬਲ ਦਾ ਨਾਂ ਦੇਣ ਵਾਲੇ ਵੀ ਮੈਂ ਹੁਣ ਨਾਂ ਤਾਂ ਨਹੀਂ ਲਊਂਗਾ ਕਿਹੜੇ ਲੋਕ ਹੈਗੇ ਸੀਗੇ ਜਿਨ੍ਹਾਂ ਨੇ ਇਹ ਆਈਡੀਆਜ਼ ਦਿੱਤੇ ਸੀ। ਆਮ ਆਦਮੀ ਪਾਰਟੀ ਦਾ ਨਾਮ ਵੀ ਉਹਦੇ ਵਿੱਚੋਂ ਹੀ ਜਿਹੜਾ ਅਮਰਜ ਹੋਇਆ ਸੀਗਾ। ਤਾਂ ਇਹ ਕੇਜਰੀਵਾਲ ਜੀ ਜਿਹੜੇ ਉਹਦੇ ਵਿੱਚ ਸੈਂਟਰਲ ਫਿਗਰ ਰਹੇ, ਉਹਦੇ ਵਿੱਚੋਂ ਇਹ ਕੇਂਦਰ ਬਿੰਦੂ ਦੇ ਵਿੱਚ ਰਹੇ, ਬਾਕੀ ਲੋਕ ਇਹਨਾਂ ਦੇ ਆਲੇ ਦੁਆਲੇ ਰਹੇ। ਭਾਵੇਂ ਕਿ ਉਹ ਲੋਕ ਹਰ ਪਾਸੇ ਵੱਲੋਂ ਜਿਹੜੇ ਸੀਗੇ, ਮੈਨੂੰ ਲੱਗਦਾ ਸੀ ਵੀ ਇਹਨਾਂ ਨੂੰ ਜ਼ਿਆਦਾ ਲਾਰਜਰ ਦੈਨ ਸਾਈਜ਼ ਸੀਗੇ, ਪਰ ਸ਼ਾਇਦ ਉਹਨਾਂ ਨੇ ਇਹੀ ਸੋਚਿਆ ਹੋਊਗਾ ਵੀ ਨਹੀਂ, ਇੱਕ ਹੀ ਵਿਅਕਤੀ ਆ ਜਿਹੜਾ ਉਹ ਸਾਰਿਆਂ ਨੂੰ ਲੀਡ ਕਰ ਸਕਦਾ ਹੈ, ਜਾਂ ਇੱਕ ਹੀ ਵਿਅਕਤੀ ਜਿਹੜਾ ਉਸ ਸਮੇਂ 'ਚ ਅਮਰਜ ਹੋਇਆ ਸੀਗਾ। ਸਭ ਤੋਂ ਵੱਡੀ ਇਹਨਾਂ ਨੂੰ ਜਿਹੜੀ ਖਾਸ ਕਰਕੇ ਮਿਲੀ ਸਫਲਤਾ ਮਿਲੀ ਉਹ ਪੰਜਾਬ ਦੇ ਵਿੱਚ ਮਿਲੀ ਸੀ। ਤੁਸੀਂ ਦੇਖੋ 2014 ਦੇ ਵਿੱਚ,
ਤੇ ਇਹਨਾਂ ਨੇ ਪੰਜਾਬ ਦੇ ਵਿੱਚ 4 ਸੀਟਾਂ ਮਿਲ ਗਈਆਂ, 25% ਵੋਟ ਸ਼ੇਅਰ ਮਿਲ ਗਿਆ ਇਹਨਾਂ ਨੂੰ। ਹੋਰ ਸਾਰੇ ਦੇਸ਼ ਦੇ ਵਿੱਚ 465 ਸੀਟਾਂ ਲੜੀਆਂ ਸੀਗੀਆਂ, ਪਰ ਉਹ ਸਾਰਾ ਕੁਝ ਨਾ ਕੇਜਰੀਵਾਲ ਸਾਹਿਬ ਦੇ ਨਾਂ ਦੇ ਨਾਲ ਹੀ ਹੋ ਜਾਂਦਾ ਸੀ। ਕਨਵੀਨਰ ਜਿਹੜੇ ਸੀ ਉਹ ਕੇਜਰੀਵਾਲ ਸਾਹਿਬ ਬਣ ਗਏ। ਅੰਨਾ ਹਜ਼ਾਰੇ ਸਾਹਿਬ ਜਿਹੜੇ ਸੀ ਜਦੋਂ ਬੀਜੇਪੀ ਦੀ ਸਰਕਾਰ ਹੋ ਗਈ ਆ, ਉਹ ਤੇ ਫਿਰ ਉੱਥੇ ਆਪਣੇ ਆਸ਼ਰਮ ਦੇ ਵਿੱਚ ਪਹੁੰਚ ਗਏ ਤੇ ਉਹਨਾਂ ਨੇ ਜੋ ਉਹਨਾਂ ਦਾ ਸੀਗਾ ਉੱਥੇ ਉਹ ਕਰੀ ਜਾਂਦੇ। ਤਾਂ ਇਹ ਸੈਂਟਰ ਦੇ ਵਿੱਚ ਸੈਂਟਰਲ ਜਿਹੜਾ ਹੈਗਾ ਫਿਗਰ ਬਣ ਗਏ, ਔਰ ਸਾਰੇ ਲੋਕਾਂ 'ਚ ਖਾਸ ਕਰਕੇ ਪੰਜਾਬ ਦੇ ਵਿੱਚ ਇਹਨਾਂ ਨੂੰ ਬਹੁਤ ਵੱਡਾ ਰਿਸਪੌਂਸ ਮਿਲਿਆ। ਇੰਨਾ ਵੱਡਾ ਰਿਸਪੌਂਸ ਮਿਲਿਆ ਸੀ ਇਹਨਾਂ ਨੇ ਇਮੈਜਿਨ ਨਹੀਂ ਕੀਤਾ ਹੋਊਗਾ। ਇਹਨਾਂ ਦੀ ਆਪਣੇ ਸਟੇਟ ਦੇ ਵਿੱਚ ਇਹਨਾਂ ਨੂੰ ਕਿਸੇ ਨੇ, ਜੇ ਕਹੀਏ ਪੰਜਾਬੀ ਦੇ ਵਿੱਚ, ਉਸ ਸਮੇਂ ਦੇ ਵਿੱਚ ਕੋਈ ਬਹੁਤਾ ਜ਼ਿਆਦਾ ਜਿਹੜਾ ਹੈਗਾ ਇਹਨਾਂ ਨੂੰ ਮੂੰਹ ਦੇ ਨਾਲ ਨਹੀਂ ਲਾਇਆ। ਪੰਜਾਬ ਦੇ ਲੋਕਾਂ ਨੇ ਹੀ ਇਹਨਾਂ ਨੂੰ ਜਿਹੜਾ ਹੋਰ ਨਾਲ ਲੈ ਕੇ ਆਂਦਾ। ਔਰ ਫਿਰ ਹੋਇਆ ਕਿ ਪਾਰਟੀ ਦੇ ਵਿੱਚ, ਕਿਉਂਕਿ ਜਿਹੜੇ ਲੋਕ ਹੋਰ ਜੁੜੇ ਸੀ, ਜਿੰਨਾ ਮੈਂ ਜਾਣਦਾ, ਕਿਉਂਕਿ ਥੋੜਾ ਬਹੁਤਾ ਮੈਂ ਵੀ ਉਸ ਸਮੇਂ ਤੋਂ ਇਹਨਾਂ ਦੇ ਨਾਲ ਰਿਹਾ ਵੀ ਹੈਗਾ, ਮੈਂ ਕਹਿ ਦਿਆ ਜੁੜਿਆ ਵੀ ਰਿਹਾ ਹਾਂ, ਵਿਚਾਰਧਾਰਾ ਦੀ ਸੀ ਸਪੋਰਟ ਵੀ ਕੀਤੀ ਆ। ਤੇ ਸਾਡਾ ਮਕਸਦ ਇਹ ਸੀਗਾ ਕਿ ਸਾਨੂੰ ਆਲਟਰਨੇਟਿਵ ਪੋਲਿਟਿਕਸ ਚਾਹੀਦੀ ਆ, ਔਰ ਆਲਟਰਨੇਟਿਵ ਪਾਰਟੀਆਂ ਤਾਂ ਸਾਡੇ ਕੋਲ ਆ ਜਾਂਦੀਆਂ, ਬੀਜੇਪੀ ਵੀ ਹੈਗੀ, ਅਕਾਲੀ ਵੀ ਹੈਗੇ, ਔਰ ਮਕਸਦ ਇਹਦਾ ਇਹ ਸੀਗਾ ਵੀ ਸਾਨੂੰ ਇੱਕ ਬਦਲਵੀਂ ਰਾਜਨੀਤੀ ਜਿਹੜੀ ਆ ਉਹ ਲਿਆਉਣੀ ਪਊਗੀ। ਬਦਲਵੀਂ ਰਾਜਨੀਤੀ ਲਿਆਉਣ ਵਾਸਤੇ ਸਾਡਾ ਪਾਰਲੀਮੈਂਟਰੀ ਨਿਜ਼ਾਮ ਹੈਗਾ, ਇਹਦੇ ਵਿੱਚ ਸਾਨੂੰ ਪਾਰਟੀ ਨੂੰ ਬਹੁਤ ਤਗੜਾ ਕਰਨਾ ਪਊਗਾ। ਸਾਨੂੰ ਪਾਰਟੀ ਆਰਗੇਨਾਈਜੇਸ਼ਨ ਜਿਹੜੀ ਹੈਗੀ ਆ, ਸਟਰਕਚਰ ਜਿਹੜਾ ਵਾ ਉਹ ਤਗੜਾ ਕਰਨਾ ਪਊਗਾ। ਜਦੋਂ ਪਾਰਟੀ ਸਟਰਕਚਰ ਨੂੰ ਤਗੜਾ ਕਰਨ ਦੀ ਗੱਲ ਆਈ ਸੀਗੀ ਤਾਂ ਸ਼ਾਇਦ ਇਹਨਾਂ ਨੂੰ ਇਹ ਲੱਗਾ ਹੋਊਗਾ ਵੀ ਜੇ ਪਾਰਟੀ ਵਾਲੇ ਪਾਸੇ ਪੈ ਗਏ ਤਾਂ ਹੋਰ ਬਹੁਤ ਵੱਡੇ ਲੋਕ ਅੱਗੇ ਆ ਜਾਣਗੇ, ਡੈਮੋਕ੍ਰੈਟਿਕ ਪ੍ਰੋਸੈਸ ਸ਼ੁਰੂ ਹੋ ਜਾਊਗਾ, ਤੇ ਫਿਰ ਹੋ ਸਕਦਾ ਕਿ ਇਹਨਾਂ ਨੂੰ ਜਿਹੜਾ ਸੀਗਾ ਉਹ ਲੱਗਦਾ ਸੀ ਵੀ ਮੇਰੇ ਲਈ ਚੈਲੰਜ ਖੜਾ ਹੋਊਗਾ। ਔਰ ਹੌਲੀ ਹੌਲੀ ਇਹਨਾਂ ਨੇ ਫਿਰ ਉਸ ਕਿਸਮ ਦੇ ਹਾਲਾਤ ਪੈਦਾ ਕਰ ਦਿੱਤੇ ਕਿ ਉਹ ਜਿਹੜੇ ਲੋਕ ਸੀਗੇ ਜਿਸ ਤਰੀਕੇ ਨਾਲ ਮੱਖਣ ਚੋਂ ਵਾਲ ਕੱਢ ਕੇ ਬਾਹਰ ਸੁੱਟਦੇ ਆ, ਉਹ ਸਾਰੇ ਪਿਛਾਂਹ ਹਟ ਗਏ। ਉਹਨਾਂ ਨੇ ਉਹ ਆਪਣੇ ਰਸਤੇ ਵੱਲ ਤੁਰ ਪਏ ਔਰ ਇਹ ਅੱਗੇ ਵਧਦੇ ਗਏ। ਔਰ ਅੱਗੇ ਵਧਣ ਦੇ ਵਿੱਚ ਜਿਹੜਾ ਹੈਗਾ ਸੀ, ਕਿਉਂਕਿ ਮੈਸੇਜ ਬਹੁਤ ਕਲੀਅਰ ਸੀਗਾ, ਇਹ ਆਪਣੇ ਆਪ ਨੂੰ ਹੁਣ ਵੀ ਕਹਿੰਦੇ ਕੱਟੜ ਇਮਾਨਦਾਰੀ ਦੀ ਗੱਲ ਕਰਦੇ ਆ। ਲੋਕਾਂ ਨੂੰ ਵੀ ਅਹਿਸਾਸ ਹੋਇਆ ਸੀ ਉਸ ਚੀਜ਼ ਦਾ ਵੀ ਜੋ ਇਹ ਕਹਿੰਦੇ ਆ ਠੀਕ ਵਾ। ਲੋਕ ਵੀ ਤਿਆਰ ਸੀਗੇ ਇਹਨਾਂ ਸਾਰਿਆਂ ਦੀ ਜਿਹੜੀ ਇਹਨਾਂ ਦੀ ਗੱਲ ਨੂੰ ਮੰਨਣ ਵਾਸਤੇ। ਤਾਂ ਇਸ ਕਰਕੇ ਕੇਜਰੀਵਾਲ ਸਾਹਿਬ ਨੂੰ ਇੱਕ ਤਾਂ 14 ਦੇ ਵਿੱਚ ਪੰਜਾਬ ਚੋਂ ਜਿਹੜੀ ਹੈਗੀ ਸੀ ਮਿਲ ਗਈ, ਦੂਸਰੀ ਸਕਸੈਸ ਮਿਲ ਗਈ। ਦੂਸਰਾ ਦਿੱਲੀ ਦੇ ਵਿੱਚ ਪਹਿਲੀ ਵਾਰੀ ਜਿਹੜੀ ਸੀਗੀ ਇਹਨਾਂ ਨੂੰ ਮੈਜੋਰਟੀ ਤਾਂ ਨਹੀਂ ਮਿਲੀ, ਪਰ ਇਹਨਾਂ ਨੇ ਖੁਦ ਸ਼ੀਲਾ ਦੀਕਸ਼ਤ ਦੇ ਖਿਲਾਫ ਇਲੈਕਸ਼ਨ ਲੜ ਕੇ ਇੱਕ ਵੱਖਰੀ ਕਿਸਮ ਦਾ, ਜਿਹੜਾ ਆਮ ਤੌਰ ਤੇ ਪੋਲੀਟੀਕਲ ਲੀਡਰ ਜਿਹੜੇ ਹੁੰਦੇ ਨਵੇਂ ਹੁੰਦੇ ਆ ਉਹ ਸੇਫ ਸੀਟ ਲੱਭਦੇ ਆ, ਇਹਨਾਂ ਨੇ ਕਨਫਰੰਟ ਕੀਤਾ, ਹੈਡ ਆਨ ਜਿਹੜਾ ਕਨਫਰੰਟੇਸ਼ਨ ਕੀਤੀ, ਔਰ ਉਹਦੇ ਨਾਲ ਉਹਨਾਂ ਨੂੰ ਹਰਾ ਕੇ ਕਾਂਗਰਸ ਦੀ ਮਦਦ ਨਾਲ ਚੀਫ ਮਿਨਿਸਟਰ ਬਣ ਗਏ। ਬਾਅਦ ਦੇ ਵਿੱਚ ਇਹਨਾਂ ਨੇ ਡਿਸੋਲਵ ਕਰ ਦਿੱਤਾ ਤੇ ਇੱਕ ਮੈਸਿਵ ਮੈਜੋਰਟੀ ਜਿਹੜੀ ਸੀਗੀ 67 ਸੀਟ ਜਿਹੜੀਆਂ ਸੀਗੀਆਂ 15 ਦੇ ਵਿੱਚ ਜਿਹੜੀ ਇਹਨਾਂ ਨੂੰ ਮਿਲੀਆਂ, ਜਿਹੜੀਆਂ 5 ਸਾਲ ਇਹਨਾਂ ਨੇ ਪੂਰੇ ਕੀਤੀਆਂ। ਤੁਸੀਂ ਦੇਖੋ ਕਿ ਹੌਲੀ ਹੌਲੀ ਪੰਜਾਬ ਜਿਹੜਾ ਹੈਗਾ ਵਾ ਨਵੇਂ ਆਈਡੀਆਜ਼ ਨੂੰ, ਪੰਜਾਬ ਦਾ ਇਤਿਹਾਸ ਇਦਾਂ ਦਾ ਹੈਗਾ, ਪੰਜਾਬ ਦੇ ਲੋਕ ਇਦਾਂ ਦੇ ਹੈਗੇ ਆ, ਇਹ ਨਵੇਂ ਆਈਡੀਆ ਨੂੰ ਐਕਸੈਪਟ ਬਹੁਤ ਕਰਦੇ ਆ, ਐਕਸਪੈਰੀਮੈਂਟ ਬਹੁਤ ਕਰਦੇ ਆ। ਤਾਂ ਇਸੇ ਕਰਕੇ ਕੇਜਰੀਵਾਲ ਸਾਹਿਬ ਜਿਹੜੇ ਸੀਗੇ ਉਹ ਪੰਜਾਬ ਦੇ ਆਈਕਨ ਬਣ ਗਏ, ਪੰਜਾਬ ਦੀ ਲੋਕਾਂ ਦੀ ਅੱਖਾਂ ਦੇ ਤਾਰਾ ਬਣ ਗਏ। ਔਰ ਲੋਕੀ ਜਿਹੜੇ ਹੈਗੇ ਸੀ ਉਹਨਾਂ ਨੂੰ ਹਰ ਕਿਸਮ ਦਾ ਜਿਹੜਾ ਹੈਗਾ ਸੀਗਾ, ਲੋਕਾਂ ਨੂੰ ਲੱਗਾ ਕਿ ਇਹ ਵਿਅਕਤੀ ਹੈਗਾ ਵਾ ਜਿਹੜਾ ਸਾਡੇ ਲਈ ਕੋਈ ਨਾ ਕੋਈ ਤਬਦੀਲੀ ਲਿਆਊਗਾ। ਕਿਉਂਕਿ ਪੰਜਾਬ ਦੇ ਹਾਲਾਤ ਇਸ ਕਰਕੇ ਬਹੁਤ ਸਾਜ਼ਗਰ ਸੀਗੇ ਕਿ ਜਿਹੜੀਆਂ ਸਾਡੀਆਂ ਰੂਲਿੰਗ ਪਾਰਟੀ ਹੈਗੀਆਂ ਪਿਛਲੇ 30 ਸਾਲਾਂ ਤੋਂ 15 ਸਾਲ ਉਹਨਾਂ ਨੇ ਜਿਹੜਾ ਹੈਗਾ ਰੂਲ ਕੀਤਾ ਉਹਦੇ ਵਿੱਚੋਂ, ਔਰ ਪੰਜਾਬ ਇਸ ਵੇਲੇ ਜਿਸ ਹਾਲਾਤ ਤੇ ਪਹੁੰਚ ਗਿਆ ਉਹ ਸਾਡੇ ਸਾਰਿਆਂ ਦੇ ਸਾਹਮਣੇ ਹੈਗੇ ਆ। ਲੋਕਾਂ ਨੂੰ ਇਹ ਅਹਿਸਾਸ ਹੋ ਗਿਆ ਕਿ ਉਹਨੂੰ ਇੱਥੇ ਤੱਕ ਲਿਆਉਣ ਦੇ ਵਿੱਚ ਜਿਹੜੇ ਇਹ ਦੋ ਪਾਰਟੀਆਂ ਜਿਹੜੀਆਂ ਹੈਗੀਆਂ ਵਾ ਉਹ ਜ਼ਿੰਮੇਵਾਰ ਹੈਗੀਆਂ। 17 ਦੇ ਵਿੱਚ ਉਹਨਾਂ ਨੇ ਅਮਰਿੰਦਰ ਸਿੰਘ ਨੂੰ ਇੱਕ ਟਾਈਮ ਦੇ ਦਿੱਤਾ, ਕਿਉਂਕਿ ਅਮਰਿੰਦਰ ਸਿੰਘ ਦਾ 2002 ਤੋਂ 2007 ਵਾਲਾ ਸਮਾਂ ਥੋੜਾ ਜਿਹਾ ਰੀਜ਼ਨੇਬਲੀ ਠੀਕ ਠਾਕ ਹੈਗਾ ਸੀਗਾ। ਇੱਕੋ ਕਿਉਂਕਿ ਰਿਲੀਜੀਅਸ ਇਸ਼ੂ ਬਣ ਗਏ, ਉਹਨਾਂ ਨੇ ਵੀ ਸਹੁੰ ਚੁੱਕ ਲਈ। ਇੱਕ ਇਹ ਸੀਗਾ ਕਿ ਇਹਨਾਂ ਦੇ ਜਿਹੜੇ ਖਾਸ ਕਰਕੇ ਜਿਹੜੇ ਇੱਥੇ ਚੌਧਰੀ ਆਏ ਸੀਗੇ, ਜਿਹੜੇ ਟਿਕਟਾਂ ਵੰਡਣ ਦੇ ਵਿੱਚ ਵੀ ਕੁਝ ਉਹਨਾਂ ਦੀ ਗੱਲਾਂ ਬਾਤਾਂ ਹੋਈਆਂ, ਹੋਰ ਵੀ ਕਈ ਕਿਸਮ ਦੀਆਂ ਜਿਹੜੀਆਂ ਖਿੱਚਾਤੂਈ ਹੋਈ। ਪ੍ਰੋਮੀਨੈਂਟ ਲੀਡਰ ਨੂੰ ਵੀ ਇਹਨਾਂ ਨੇ ਬਾਹਰ ਕੱਢ ਦਿੱਤਾ। ਸੁੱਚਾ ਸਿੰਘ ਗਿੱਲ ਦੀ ਆਪਾਂ ਸੁੱਚਾ ਸਿੰਘ ਜਿਹੜੇ ਛੋਟੇਪੁਰ ਉਹਨਾਂ ਦੀ ਗੱਲ ਲੈ ਸਕਦੇ ਹਾਂ, ਧਰਮਵੀਰ ਗਾਂਧੀ ਹੁਣੀ ਵੱਖਰੇ ਹੋ ਗਏ, ਹੋਰ ਸਾਰੇ ਵੱਖਰੇ ਹੋ ਗਏ। ਮੇਰਾ ਕਹਿਣ ਤੋਂ ਭਾਵ ਹੈਗਾ ਕਿ ਇਹ ਵਿਅਕਤੀ ਰਾਈਜ਼ ਐਂਡ ਰਾਈਜ਼ ਆਫ ਦਿਸ ਪਰਸਨ ਸਿੰਸ 2012 ਤੱਕ ਜਿਹੜੇ ਮੁੱਦੇ ਉਦੋਂ ਚੁੱਕਦੇ ਸੀ ਉਹ ਮੁੱਦੇ ਸੈਕੂਲਰ ਹੁੰਦੇ ਸੀਗੇ, ਉਹ ਮੁੱਦੇ ਕਾਮਨ ਹੁੰਦੇ ਸੀਗੇ। ਇਸੇ ਕਰਕੇ ਇਹਨਾਂ ਨੇ ਕਿਹਾ ਸੀ ਕਿ ਸਾਨੂੰ ਮੰਦਿਰ ਦੀ ਲੋੜ ਨਹੀਂ ਹੈਗੀ, ਸਾਨੂੰ ਹਸਪੀਟਲ ਦੀ ਲੋੜ ਹੈਗੀ ਆ, ਸਾਨੂੰ ਸਿੱਖਿਆ ਦੀ ਲੋੜ ਹੈਗੀ ਆ। ਤੇ ਤੁਸੀਂ ਦੇਖੋ ਵੀ ਉੱਥੋਂ ਤੱਕ ਆਉਂਦਿਆਂ ਜਿਹੜਾ ਹੈਗਾ ਸੀ ਹੁਣ, ਕਿਉਂਕਿ ਗੁਜਰਾਤ ਦੀ ਇਲੈਕਸ਼ਨ ਹੈਗੀ ਆ ਤੇ ਇਹ ਮੈਕੀਵੈਲੀਅਨ ਪੋਲਿਟਿਕਸ ਹੈਗੀ ਆ ਕਿ ਉਹਦੇ ਵਿੱਚ ਇਹਨਾਂ ਨੇ, ਕਿਉਂਕਿ ਗੁਜਰਾਤ ਦੇ ਵਿੱਚ ਮੋਦੀ ਬਹੁਤ ਵੱਡੀ ਫੋਰਸ ਹੈਗੀ ਆ, ਭਾਵੇਂ ਕਿ ਰੂਰਲ ਏਰੀਆ ਦੇ ਵਿੱਚ ਆਪਾਂ ਸਾਰੇ ਜਾਣਦੇ ਵੀ ਕਾਂਗਰਸ ਦੀ ਬਹੁਤ ਤਕੜੀ, ਪਰ ਕਾਂਗਰਸ ਦੀ ਸਭ ਤੋਂ ਵੱਡੀ ਸਮੱਸਿਆ ਆ ਕਾਂਗਰਸ ਕੋਲ ਆਰਗੇਨਾਈਜੇਸ਼ਨ ਸਟਰਕਚਰ ਨਹੀਂ ਹੈਗਾ। ਕਾਂਗਰਸ ਨੇ ਪਿਛਲੀ ਵਾਰੀ 75 ਸੀਟ ਜਿੱਤੀਆਂ ਸੀਗੀਆਂ ਇਨ ਸਪਾਈਟ ਆਫ ਦਾ ਫੈਕਟ ਕਿ ਉਹਨਾਂ ਦੀ ਸਟਰਕਚਰ, ਪਾਰਲੀਮੈਂਟਰੀ ਸਟਰਕਚਰ ਜਿਹੜਾ ਹੈਗਾ, ਜਿਹੜੀ ਆਪਣੀ ਪਾਰਟੀ ਆ ਉਹ ਬਹੁਤ ਵੀਕ ਹੈਗੀ ਆ। ਮੈਨੂੰ ਲੱਗਦਾ ਵੀ ਜਿਹੜੀ ਇਹਨਾਂ ਨੇ ਸਟੇਟਮੈਂਟ ਦਿੱਤੀ ਆ, ਇਹ ਸਟੇਟਮੈਂਟ ਜਿਹੜੀ ਹੈਗੀ ਆ ਇਹ ਜਾਂ ਤਾਂ ਗੁਜਰਾਤ ਨੂੰ ਸਾਹਮਣੇ ਰੱਖ ਦਿੱਤੀ ਆ, ਪਰ ਇਹਦੇ ਨਾਲ ਪੰਜਾਬ ਦੇ ਲੋਕਾਂ ਦੇ ਵਿੱਚ ਹੁਣ ਪੰਜਾਬ ਦੇ ਮੈਨੂੰ ਲੱਗਦਾ ਕਿ ਲੋਕਾਂ ਦੀਆਂ ਅੱਖਾਂ ਦਾ ਉਸ ਕਿਸਮ ਦਾ ਤਾਰਾ ਨਹੀਂ ਹੈਗਾ ਜਿਸ ਕਿਸਮ ਦਾ ਇਹ 2022 ਦੇ ਵਿੱਚ ਹੁੰਦਾ ਸੀ। ਕਿਸੇ ਵੀ ਲੀਡਰ ਦਾ
एक सिर्फ अपने राजनीतिक मफाद वास्ते लगातार पैंतੜੇ बदलने, वो लीडर बहुत लंबा सਮਾं ਮੈਨੂੰ नहीं लगता होर किते ਸਰਵਾਈਵ कर जूगा, पर पंजाब ਦੇ ਵਿੱਚ ਉਹਨਾਂ ਦਾ ਸਰਵਾਈਵ ਕਰਨਾ ਜਿਹੜਾ ਉਹ ਕਾਫੀ ਮੁਸ਼ਕਲ ਹੋ ਜਾਊਗਾ। ਸਵਾਲ ਕਰਨਗੇ ਔਰ ਸ਼ਹਿਰ ਜਿਹਦੇ ਹੁਣੇ ਪੰਜਾਬ ਦੇ ਵਿੱਚ ਆਉਣਗੇ ਤੇ ਥੋੜਾ ਹੈਜ਼ਿਟੈਂਟ ਹੋ ਕੇ ਆਉਣਗੇ जी, क्योंकि बहुत वड्डी स्टेटमेंट सी और पंजाब ने बहुत प्यार दिता बेसिकली अरविंद केजरीवाल जी ਨੂੰ। ਉਹ ਦਿੱਲੀ ਬॉय ਭੋਲਾ ਭਾਲਾ ਲੱਗਿਆ ਔਰ ਲਿਟਰਲੀ ਪੀਪਲ ਥॉट ਕਿ ਉਹ ਬਹੁਤ ਨਾਈਸ ਹੈਗੇ ਨੇ, ਉਹ ਤਾਂ ਦਿਖਣ ਵਾਲਾ ਹੁਣ ਅੱਗੇ ਸਮਾਂ ਆਏਗਾ। ਪਰ ਇਹ ਜਿਹੜਾ ਬਦਲਾਵ ਸੀ, ਇਹ ਯੂ ਟਰਨ ਬਹੁਤ ਵੱਡੀ ਸੀ ਔਰ ਇਹਦੇ ਤੇ ਜਿਹੜਾ ਜਿੱਦਾਂ ਆਲਟਰਨੇਟਿਵ ਪੋਲਿਟਿਕਸ ਪੈਦਾ ਕਰਦੇ ਕਰਦੇ ਇੱਕ ਕੰਪੀਟੀਸ਼ਨ ਦੇਣ ਦੇ ਲਈ ਆਲਰੇਡੀ ਭਾਰਤ ਦੇ ਵਿੱਚ ਜੋ ਹਿੰਦੂਤਵੀ ਪੋਲਿਟਿਕਸ ਦਾ ਇੱਕ ਫਾਰਮੂਲਾ ਚੱਲ ਰਿਹਾ ਆ, ਉਹਦੇ ਵਿੱਚ ਹੀ ਹੁਣ ਅਰਵਿੰਦ ਕੇਜਰੀਵਾਲ ਜੀ ਆ ਚੁੱਕੇ ਨੇ ਅਨਡਾਊਟਡਲੀ। ਮੈਨੂੰ ਲੱਗ ਰਿਹਾ ਸਰ ਕਿ ਇਹ ਗੱਲ ਸਹੀ ਹੋਏਗੀ ਕਿ ਉਹ ਵੀ ਹੁਣ ਹਿੰਦੂਤਵੀ ਪੋਲਿਟਿਕਸ ਖੇਡਣਗੇ ਅਰਵਿੰਦ ਕੇਜਰੀਵਾਲ ਜੀ। ਉਹਨਾਂ ਖੇਡ ਦਿੱਤੀ ਜੀ, ਉਹਨਾਂ ਦੀ ਸਟੇਟਮੈਂਟ ਜਿਹੜੀ ਸੀਗੀ ਉਹ ਖੇਡ ਦਿੱਤੀ। ਉਹਨਾਂ ਨੇ ਜਿਹੜੇ ਸਾਰੇ ਆਪਣੇ ਪੱਤੇ ਓਪਨ ਕਰ ਦਿੱਤੇ। ਜੇ ਤਾਂ ਇਹ ਪੱਤੇ ਗੁਜਰਾਤ ਦੇ ਵਿੱਚ ਸਿਰਫ ਉਸੇ ਕੰਮ ਲਈ ਹੁੰਦੇ ਉਹ ਤਾਂ ਠੀਕ ਸੀਗਾ। ਉਹਨਾਂ ਨੇ ਦਿੱਲੀ ਦੇ ਵਿੱਚ ਆਣ ਕੇ ਜਿਹੜੀ ਇਹ ਸਟੇਟਮੈਂਟ ਦਿੱਤੀ, ਉਹਨਾਂ ਨੇ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਚਿੱਠੀ ਲਿਖ ਦਿੱਤੀ ਹੈ। ਉਹਦੇ ਨਾਲ ਡਾਊਟਸ ਬਹੁਤ ਖੜੇ ਹੋ ਗਏ ਔਰ ਤੁਸੀਂ ਦੇਖਿਆ ਹੋਣਾ ਉਸ ਦਿਨ ਤੋਂ ਟ੍ਰੋਲਿੰਗ ਵੀ ਹੋ ਰਹੀ ਹੈ। ਉਸ ਦਿਨ ਤੋਂ ਇਹ ਕਹਿ ਵੀ ਰਹੇ ਆ ਕਿ ਇਹ ਬੀਟੀ ਜਿਹੜੇ ਹੈਗੀ ਆ ਖਾਸ ਕਰਕੇ ਕਿ ਬੀਜੇਪੀ ਦੀ ਬੀ ਟੀਮ ਹੋ ਸਕਦੀ। ਕੇਜਰੀਵਾਲ ਸਾਹਿਬ ਨੇ ਇੱਕ ਵਾਰੀ ਮੰਨਿਆ ਸੀਗਾ ਕਿ ਅਸੀਂ ਜਿਹੜਾ ਹੈਗਾ ਉਸ ਫੈਮਿਲੀ ਨੂੰ ਜਿਹੜੇ ਸਾਡੀ ਵੀ ਫੈਮਿਲੀ ਜਿਹੜੀ ਆਰਐਸਐਸ ਨਾਲ ਬਿਲੋਂਗ ਕਰਦੀ, ਉਹਦਾ ਬਹੁਤਾ ਫਰਕ ਨਹੀਂ ਪੈਂਦਾ। ਇਹ ਸਰਕਾਰ ਦੇ ਵਿੱਚ ਕਾਮਰੇਡ ਵੀ ਹੈਗੇ ਆ, ਸਰਕਾਰ ਦੇ ਵਿੱਚ ਅਕਾਲੀ ਵੀ ਆ, ਕਾਂਗਰਸੀ, ਉਹਦੇ ਨਾਲ ਬਹੁਤਾ ਫਰਕ ਨਹੀਂ ਪੈਂਦਾ। ਪਰ ਜਿਹੜਾ ਇਹਨਾਂ ਦਾ ਇਹ ਯੂ ਟਰਨ ਲੈਣੀ, ਇਹਦੇ ਨਾਲ ਮੈਨੂੰ ਨਹੀਂ ਲੱਗਦਾ ਕਿ ਇਸ ਸਮੇਂ ਦੇ ਵਿੱਚ ਤੁਸੀਂ ਇਲੈਕਸ਼ਨ ਜਿੱਤ ਲੈਂਦੇ। ਇਹ ਮੈਨੂੰ ਡੈਸਪੀਰੇਸ਼ਨ ਦੀ ਗੱਲ ਕੀਤੀ, ਇਹ ਫਰਸਟ੍ਰੇਸ਼ਨ ਦੀ ਗੱਲ ਕੀਤੀ। ਇਸ ਵੇਲੇ ਸਾਡੇ 60% ਪਾਪੂਲੇਸ਼ਨ ਜਿਹੜੀ ਉਹ ਯੰਗ ਵੋਟਰਸ ਹੈਗੇ ਆ ਔਰ ਯੰਗ ਵੋਟਰ ਇਹ ਖਾਸ ਕਰਕੇ ਉਹਨਾਂ ਦੇ ਉੱਤੇ ਇਹਨਾਂ ਚੀਜ਼ਾਂ ਦਾ ਅਸਰ ਉਹਨਾਂ ਜ਼ਿਆਦਾ ਨਹੀਂ ਹੋ ਰਿਹਾ। ਮੈਂ ਤਾਂ ਇਹ ਵੀ ਕਿਹਾ ਸੀਗਾ ਵੀ ਫਿਰ ਡਾਲਰ ਕਿਉਂ ਨਹੀਂ ਰੱਖ ਦਿੰਦੇ, ਇਹਦਾ ਨਾਂ ਡਾਲਰ ਰੱਖ ਦੇਣਾ ਚਾਹੀਦਾ ਸੀਗਾ ਤਾਂ ਕਿ ਜੇ ਕਰੰਸੀ ਇਸੇ ਤਰੀਕੇ ਨਾਲ ਗਾਂ ਅੱਗੇ ਕਰੰਸੀ ਵਧਣੀ ਇੰਪਲਾਇਮੈਂਟ ਦੇ ਨਾਲ, ਕਰੰਸੀ ਵਧਣੀ ਹੈ ਤੁਹਾਡੀ ਐਗਰੀਕਲਚਰ ਗਰੋਥ ਦੇ ਨਾਲ, ਕਰੰਸੀ ਵਧਣੀ ਹੈ ਇੰਡਸਟਰੀਲਾਈਜੇਸ਼ਨ ਦੇ ਨਾਲ, ਕਰੰਸੀ ਵਧਣੀ ਹੈ ਜੇ ਤੁਹਾਡੀ ਇਕਨੋਮਿਕ ਡਿਵੈਲਪਮੈਂਟ ਹੋਊਗੀ। ਨੋਟਾਂ ਦੇ ਨਾਂ ਲਿਖਣ ਦੇ ਨਾਲ, ਜਿਨ੍ਹਾਂ ਦੀ ਇਹਨਾਂ ਨੇ ਐਗਜ਼ਾਮਪਲ ਦਿੱਤੀ ਇੰਡੋਨੇਸ਼ੀਆ ਦਾ, ਅੱਜ ਇੰਡੋਨੇਸ਼ੀਆ ਦਾ ਰੁਪਈਆ ਦੇਖੋ ਦੀ ਵੈਲਿਊ ਕੀ ਹੈਗੀ ਆ, ਕਿਸ ਤਰੀਕੇ ਨਾਲ ਉਹ ਸਾਰੀਆਂ ਜਿਹੜੀ ਕਰੰਸੀ ਉਹ ਕਰੰਬਲ ਹੋ ਕੇ ਥੱਲੇ ਡਿੱਗੀ ਆ। ਮੈਨੂੰ ਲੱਗਦਾ ਕਿ ਇਹ ਸਿਰਫ ਜੇ ਉਹੀ ਚੀਜ਼ ਸਾਹਮਣੇ ਰੱਖੀ ਔਰ ਇਸ ਮਾਮਲੇ ਦੇ ਵਿੱਚ ਤੁਸੀਂ ਜੇ ਇਹਨਾਂ ਨੇ ਕਿਹਾ ਵੀ ਇਹ ਸੰਕੀਰਨ ਰਾਜਨੀਤੀ ਖੇਡਣੀ ਆ, ਜਿਹਨੂੰ ਕਿ ਇਹ ਕਮਿਊਨਲ ਪੋਲਿਟਿਕਸ ਹੈਗੀ ਆ, ਹੀ ਇਜ਼ ਨਾਟ ਇਨ ਅ ਪੋਜੀਸ਼ਨ ਟੂ ਕੰਪੀਟ ਵਿਦ ਮੋਦੀ, ਹੀ ਇਜ਼ ਨਾਟ ਇਨ ਅ ਪੋਜੀਸ਼ਨ ਟੂ ਕੰਪੀਟ ਵਿਦ ਆਰਐਸਐਸ। ਬੀਜੇਪੀ ਕੋਲੋਂ 600-700 ਆਰਗੇਨਾਈਜੇਸ਼ਨਸ ਹੈਗੀਆਂ, ਸਬ ਸਟਰਕਚਰਸ ਹੈਗੇ ਆ, ਉਹਦਾ ਢਾਂਚਾ ਜਿਹੜਾ ਹੈਗਾ ਵਾ ਉਹ ਘਰਾਂ ਤੱਕ ਪਿਆ ਹੈ। ਬੀਜੇਪੀ ਨੂੰ ਸਿਰਫ ਕੰਪੀਟ ਜਿਹੜਾ ਹੈਗਾ ਇਹ ਉਹਨਾਂ ਮੁੱਦਿਆਂ ਦੇ ਕਰ ਸਕਦਾ, ਜਿਹੜੇ ਆਰਥਿਕ ਮੁੱਦੇ ਜਿਹੜੇ ਬੇਸਿਸ ਦੇ ਉੱਤੇ ਪੰਜਾਬ ਨੇ ਇੱਕ ਬਹੁਤ ਵਧੀਆ ਐਗਜ਼ਾਮਪਲ ਦਿੱਤੀ ਸੀਗੀ। ਤੁਸੀਂ ਦੇਖੋ ਸਾਡੇ ਕੋਲ ਧਾਰਮਿਕ ਜਿਹੜੀ ਅਕਾਲੀ ਦਲ ਜਿਹੜਾ ਸੀਗਾ ਉਹ ਪਾਰਟੀ ਸੀ, ਕਾਂਗਰਸ ਪਾਰਟੀ ਸੀ, ਹੋਰ ਸਾਰੇ ਹੈਗੇ ਸੀਗੇ। ਲੋਕਾਂ ਨੇ ਇਹਨਾਂ ਨੂੰ ਵੋਟਾਂ ਮੁੱਦਿਆਂ ਦੇ ਪਾਈਆਂ। ਕਿਹੜੇ ਮੁੱਦੇ ਸੀਗੇ? ਨਸ਼ਿਆਂ ਵਾਲਾ ਮੁੱਦਾ ਸੀਗਾ, ਰੁਜ਼ਗਾਰ ਵਾਲਾ ਮੁੱਦਾ ਸੀਗਾ, ਸਿੱਖਿਆ ਵਾਲਾ ਮੁੱਦਾ ਸੀਗਾ, ਸਿਹਤ ਦਾ ਮੁੱਦਾ ਸੀਗਾ, ਗੈਂਗਸਟਰਸ ਨੂੰ ਖਤਮ ਕਰਨ ਦਾ ਮੁੱਦਾ ਸੀਗਾ, ਚੰਗੇ ਫਿਊਚਰ ਦਾ ਮੁੱਦਾ ਸੀਗਾ। ਸਿੱਖਾਂ ਨੇ ਵੋਟਾਂ ਪਾਈਆਂ, 44% ਸਿੱਖਾਂ ਨੇ ਵੋਟਾਂ ਪਾਈਆਂ, ਸਾਰੇ ਕਿਸਾਨਾਂ ਨੇ ਵੋਟਾਂ ਪਾਈਆਂ, ਹਿੰਦੂਆਂ ਨੇ ਇਹਨਾਂ ਨੂੰ ਵੋਟਾਂ ਪਾਈਆਂ। ਔਰ ਤੁਸੀਂ ਦੇਖੋ ਜੇ ਪੰਜਾਬ ਦੇ ਕੰਟੈਕਸਟ ਦੇ ਵਿੱਚ ਗੱਲ ਕਰੀਏ ਕਿ ਬੀਜੇਪੀ ਨੂੰ ਜ਼ਿਆਦਾ ਵੋਟਾਂ ਪੈਣੀਆਂ ਚਾਹੀਦੀਆਂ, ਬੀਜੇਪੀ ਨੂੰ ਚੌਥੇ ਨੰਬਰ ਤੇ ਜਾ ਕੇ ਵੋਟਾਂ ਪਈਆਂ। ਹਿੰਦੂ ਵੋਟ ਸਭ ਤੋਂ ਜ਼ਿਆਦਾ ਤਾਂ ਕਾਂਗਰਸ ਨੂੰ ਪਈ ਆ, ਫਿਰ ਇਹਨਾਂ ਨੂੰ ਪਈ ਆ, ਬੀਜੇਪੀ ਤਾਂ ਬਹੁਤ ਪਿੱਛੇ ਰਹਿ ਗਈ। ਮੈਨੂੰ ਲੱਗਦਾ ਵੀ ਇਹ ਪੱਤਾ ਜਿਹੜਾ ਉਹਨਾਂ ਨੇ ਖੇਡਿਆ ਇਹ ਠੀਕ ਹੈ। ਜੇ ਤਾਂ ਗੁਜਰਾਤ ਚੋਣਾਂ ਨੂੰ ਸਾਹਮਣੇ ਰੱਖ ਕੇ ਖੇਡਿਆ ਤੇ ਇਹ ਬਹੁਤ ਅਨਫੋਰਚੂਨੇਟ ਆ ਕਿ ਤੁਸੀਂ ਮੇਨ ਇਸ਼ੂ ਜਿਹੜੇ ਕਾਮਨ ਇਸ਼ੂਜ਼ ਹੈਗੇ ਆ, ਲੋਕਾਂ ਦੇ ਇਸ਼ੂ, ਸੈਕੂਲਰ ਇਸ਼ੂ, ਅਸੀਂ ਇੱਕ ਸੈਕੂਲਰ ਸਿਸਟਮ ਦੇ ਵਿੱਚ ਰਹਿ ਰਹੇ ਹੈਗੇ ਆ। ਸਾਡਾ ਡਾਇਰੈਕਟ ਪ੍ਰਿੰਸੀਪਲ ਸਟੇਟ ਕਹਿੰਦੀ ਹੈ ਕਿ ਜਿਹੜੇ ਉਹ ਖਾਸ ਕਰਕੇ ਸਾਇੰਟੀਫਿਕ ਜਿਹੜਾ ਟੈਂਪਰਾਮੈਂਟ ਆ, ਮੈਂ ਇੱਕ ਗੱਲ ਇਹ ਕਹਿਣੀ ਚਾਹੁੰਦਾ, ਇੱਕ ਪਾਸੇ ਤਾਂ ਵਿਦਿਆ ਦੀ ਗੱਲ ਕਰਦੇ ਆ, ਇੱਕ ਪਾਸੇ ਨਵੇਂ ਇੰਡੀਆ ਦੀ ਗੱਲ ਕਰਦੇ ਆ। ਜੇ ਤੁਸੀਂ ਸਾਇੰਟੀਫਿਕ ਟੈਂਪਰਾਮੈਂਟ ਡਿਵੈਲਪ ਨਹੀਂ ਕਰਨਾ, ਜੇ ਕਹਿਣਾ ਵੀ ਆਹ ਮੂਰਤੀ ਲਾ ਦਿਓ, ਆਹ ਲਾ ਦਿਓ, ਆਹ ਲਾ ਦਿਓ, ਤੇ ਫਿਰ ਮੈਨੂੰ ਲੱਗਦਾ ਵੀ ਇਹ ਤਾਂ ਪੰਜਾਬ ਦੇ ਵਿੱਚ ਘੱਟੋ ਘੱਟ ਜਿਹੜਾ ਉਹਨਾਂ ਨੂੰ ਮਿਲਿਆ ਵਿਸ਼ਵਾਸ ਆ ਉਹਦੇ ਨਾਲ ਕੋਈ ਬਹੁਤ ਜ਼ਿਆਦਾ ਵਫਾ ਨਹੀਂ ਹੈਗੀ। ਜੀ, ਪੰਜਾਬ ਦੇ ਵਿੱਚ ਤੁਹਾਨੂੰ ਲੱਗਦਾ ਪ੍ਰੋਫੈਸਰ ਸਾਹਿਬ ਕਿ ਇਹਨਾਂ ਨੂੰ ਮਹਿੰਗਾ ਪਏਗਾ ਇਹ ਵਾਲਾ ਬਿਆਨ, ਜਾਂ ਜਿਸ ਤਰ੍ਹਾਂ ਹੁਣ ਆਮ ਆਦਮੀ ਪਾਰਟੀ ਹਿੰਦੂਤਵੀ ਪਾਰਟੀ ਬਣਦੀ ਜਾ ਰਹੀ ਹੈ, ਪੰਜਾਬ ਦੇ ਵੋਟਰਸ ਨੂੰ ਤੁਸੀਂ ਜਾਣਦੇ ਹੋ, ਉਹਨਾਂ ਦੇ ਬਿਹੇਵੀਅਰ ਨੂੰ ਤੁਸੀਂ ਜਾਣਦੇ ਹੋ, ਕੀ ਲੱਗਦਾ ਤੁਹਾਨੂੰ ਕਿ ਭਗਵੰਤ ਮਾਨ ਜੀ ਨੂੰ ਮਹਿੰਗਾ ਪਏਗਾ ਜਾਂ ਭਗਵੰਤ ਮਾਨ ਜੀ ਦਾ ਜਾਂ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਲੀਡਰਸ਼ਿਪ ਦਾ ਜੋ ਰਿਸਪੌਂਸ ਇਹਦੇ ਤੇ ਆਉਣਾ ਚਾਹੀਦਾ ਸੀ, ਕੀ ਉਹ ਰਿਸਪੌਂਸ ਆਇਆ ਸਰ? ਪਹਿਲੀ ਗੱਲ ਤਾਂ ਵੇਅਰ ਇਜ਼ ਦ ਲੀਡਰਸ਼ਿਪ, ਵੇਅਰ ਇਜ਼ ਦ ਪਾਰਟੀ? ਕੋਈ ਪਾਰਟੀ ਦਿਖਾਈ ਦਿੰਦੀ ਆ? ਲੀਡਰਸ਼ਿਪ ਇੱਕ ਵਿਅਕਤੀ ਨਾਲ ਲੀਡਰਸ਼ਿਪ ਨਹੀਂ ਹੁੰਦੀ। ਤਾਂ ਕ੍ਰਿਸ਼ਮਾ ਬਹੁਤ ਲੰਮਾ ਸਮਾਂ ਸਸਟੇਨ ਨਹੀਂ ਕੀਤਾ ਜਾ ਸਕਦਾ। ਕਿਸੇ ਵੀ ਕ੍ਰਿਸ਼ਮਾ ਨੂੰ ਸਸਟੇਨ ਕਰਨ ਵਾਸਤੇ ਤੁਹਾਡੇ ਕੋਲ ਆਰਗੇਨਾਈਜੇਸ਼ਨ ਤੱਕ ਚਾਹੀਦਾ। ਹੋ ਕੀ ਰਿਹਾ ਵਾ, ਜਿਹੜੇ ਨੀਲੀਆਂ ਪੱਗਾਂ ਵਾਲੇ ਹੀ, ਚਿੱਟੀਆਂ ਪੱਗੀਆਂ ਵਾਲੇ ਹੀ, ਉਹ ਮੇਰੇ ਕੋਲ ਪੀਲੀਆਂ ਪੱਗਾਂ ਬੰਨਣੀਆਂ ਸ਼ੁਰੂ ਕਰ ਦਿੱਤੀਆਂ, ਜਿਨ੍ਹਾਂ ਦੀ ਵਜ੍ਹਾ ਕਰਕੇ
ਅਕਾਲੀ ਹਾਰੇ ਸੀਗੇ, ਕਾਂਗਰਸ ਵਾਲੇ ਹਾਰੇ ਸੀਗੇ, ਪਿੰਡਾਂ ਦੇ ਸਰਪੰਚਾਂ ਕਰਕੇ, ਮਿਊਨਿਸਪਲ ਕਮੇਟੀਆਂ ਦੇ ਬੰਦਿਆਂ ਕਰਕੇ, ਕਾਰਪੋਰੇਸ਼ਨਾਂ ਦੇ ਕਰਕੇ, ਉਹ ਇਹਦੀ ਹੁਣ ਰੀੜ ਦੀ ਹੱਡੀ ਬਣੀ ਜਾਂਦਾ। ਪਾਰਟੀ ਤਾਂ ਹੈ ਕੋਈ ਨਹੀਂ ਹੈ, ਔਰ ਪਾਰਲੀਮੈਂਟਰੀ ਨਿਜ਼ਾਮ ਦੇ ਵਿੱਚ ਪਾਰਟੀ ਦਾ ਤਕੜਾ ਹੋਣਾ ਬਹੁਤ ਜ਼ਰੂਰੀ ਆ। ਭਗਵੰਤ ਮਾਨ ਲਈ ਬਹੁਤ ਸੀਰੀਅਸ ਕ੍ਰਾਈਸਿਸ ਖੜਾ ਹੋਣਾ ਸ਼ੁਰੂ ਹੋ ਗਿਆ। ਪੰਜਾਬ ਦੇ ਲੋਕਾਂ ਨੇ ਇੱਕ ਛੋਟਾ ਜਿਹਾ ਝਟਕਾ ਦਿੱਤਾ ਸੀ, ਉਹ ਸੀ ਸੰਗਰੂਰ ਦੀ ਇਲੈਕਸ਼ਨ ਦੇ ਵਿੱਚ। ਉਹਦਾ ਕਾਰਨ ਇਹ ਸੀ ਕਿ ਜਿਸ ਤਰੀਕੇ ਨਾਲ ਕੇਜਰੀਵਾਲ ਸਾਹਿਬ ਨੇ ਰਾਜ ਸਭਾ ਦੇ 7 ਬੰਦੇ, ਉਹਨਾਂ ਚੋਂ ਪੰਜਾਬ ਨੂੰ ਕੌਣ ਰਿਪਰੈਜ਼ੈਂਟ ਕਰਦਾ, ਪੰਜਾਬ ਦੇ ਹਿੱਤਾਂ ਨੂੰ ਕੌਣ ਰਿਪਰੈਜ਼ੈਂਟ ਕਰਦਾ? ਮਹਿੰਗੀ ਵਿਦਿਆ ਦੇਣ ਵਾਲੇ ਤੁਸੀਂ ਜਿਹੜੇ ਹੈਗੇ ਆ, ਉਹਨਾਂ ਨੂੰ ਤੁਸੀਂ ਉੱਥੇ ਭੇਜਣ ਦਾ ਜੋ ਹੈ। ਤੁਸੀਂ ਦੇਖੋ ਨਾ, ਇਹ ਪੰਜਾਬ 'ਚ ਕੌਣ ਚਾਹੀਦਾ ਸੀ? ਤੁਸੀਂ ਲੈਗੇਸੀ ਆ, ਭਗਤ ਸਿੰਘ ਦੀ ਫੋਟੋ ਪਿੱਛੇ ਲਾ ਲਈ, ਅੰਬੇਦਕਰ ਦੀ ਫੋਟੋ ਲਾ ਲਈ, ਕਿ ਸਾਡੇ ਕੋਲ ਭਗਤ ਸਿੰਘ ਦੇ ਪੈਰੋਕਾਰ ਨਹੀਂ ਹੈਗੇ ਇੱਥੇ? ਭਗਤ ਸਿੰਘ ਦੀ ਫੈਮਿਲੀ ਦੇ ਵਿੱਚ ਇੰਨੇ ਪੜ੍ਹੇ ਲਿਖੇ ਔਰ ਇੰਨੇ ਸੂਝਵਾਨ ਲੋਕ ਬੈਠੇ ਆ, ਜਿਨ੍ਹਾਂ ਨੇ ਸਾਰੀ ਉਮਰ ਲੋਕਾਂ ਦੇ ਲੜ ਲਾ ਦਿੱਤੀ। ਅੰਬੇਦਕਰ ਦੀ ਵਿਚਾਰਧਾਰਾ ਨੂੰ ਮੰਨਣ ਵਾਲੇ ਬਹੁਤ ਸਟਰੋਂਗ ਜਿਹੜੇ ਹੈਗੇ ਆ ਸਾਡੇ ਕੋਲ ਲੀਡਰ ਬੈਠੇ ਆ, ਤੇ ਲਿਆ ਤੇ ਇਹਨਾਂ ਨੇ ਮੁੜ ਕੇ ਸਾਰੇ, ਕੋਈ ਕਿਤੇੋਂ ਚੁੱਕ ਕੇ ਲਿਆ ਤਾ, ਕੋਈ ਕਿਤੇੋਂ ਇੰਨਾ ਚੰਦਾ ਦੇ ਦਿੱਤਾ, ਕੋਈ ਇੰਨਾ ਚੰਦਾ ਦੇ ਦਿੱਤਾ, ਉਹ ਲਾ ਦਿੱਤਾ। ਇਹਨਾਂ ਦੀ ਕਹਿਣੀ ਤੇ ਕਥਨੀ ਦੇ ਵਿੱਚ ਫਰਕ ਹੈ, ਕੰਟਰਾਡਿਕਸ਼ਨ ਹੈਗੀ ਆ। ਉਹਦਾ ਇੱਕ ਕਾਰਨ ਹੋਇਆ ਕਿ ਸੰਗਰੂਰ ਦੇ ਵਿੱਚ ਬਾਈ ਇਲੈਕਸ਼ਨ ਦੇ ਵਿੱਚ 30% ਵੋਟਾਂ ਘੱਟ ਪਈਆਂ, ਲੋਕੀ ਵਿਡਰਾਅ ਕਰ ਗਏ, ਲੋਕਾਂ ਨੇ ਅਪੋਜ਼ ਨਹੀਂ ਕੀਤਾ ਇਹਨਾਂ ਨੂੰ। ਉਹ ਵਿਡਰਾਅ ਕਰਨਾ ਕੀ ਹੋਇਆ ਕਿ ਇਹ ਇਲੈਕਸ਼ਨ ਹਾਰ ਗਏ। ਜੇ ਅਜੇ ਵੀ ਇਹ ਸਬਕ ਨਹੀਂ ਸਿੱਖਦੇ, ਦੂਸਰੀ ਗੱਲ ਹੈਗੀ ਆ, ਇਹ ਵੀ ਕਨਵੀਨਰ, ਉਹ ਵੀ ਕਨਵੀਨਰ। ਏਡੇ ਵੱਡੇ ਦੇਸ਼ ਦੇ ਵਿੱਚ ਜਾਂ ਏਡੇ ਵੱਡੇ ਨਿਜ਼ਾਮ ਦੇ ਵਿੱਚ ਜਿੰਨਾ ਚਿਰ ਤੁਹਾਡਾ ਪਾਰਟੀ ਸਟਰਕਚਰ ਨਹੀਂ ਬਣਦਾ, ਔਰ ਪਾਰਟੀ ਸਟਰਕਚਰ ਵੀ ਡੈਮੋਕ੍ਰੈਟਿਕ ਪ੍ਰੋਸੈਸ ਦੇ ਉੱਤੇ, ਉਹ ਨਹੀਂ ਇਹਨੂੰ ਨੋਮੀਨੇਟ ਕਰ ਦਿਓ, ਉਹਨੂੰ ਨੋਮੀਨੇਟ ਕਰ ਦਿਓ, ਚੱਲ ਜਾਊਗਾ, 5 ਸਾਲ ਕੱਢ ਜਾਣਗੇ। ਅਸੀਂ ਤਾਂ ਇਹ ਵਿਸ਼ ਕਰਦੇ ਸੀ ਵੀ ਇਹ ਲੰਮਾ ਸਮਾਂ ਚੱਲਦਾ ਤਾਂ ਕਿ ਕੋਈ ਆਲਟਰਨੇਟਿਵ ਆਉਂਦਾ। ਆਲਟਰਨੇਟਿਵ ਪੋਲਿਟਿਕਸ ਦਾ ਇਹ ਥੋੜਾ ਬਹੁਤਾ ਭੁਲੇਖਾ ਪਾਉਂਦੇ ਆ, ਥੋੜੀ ਬਹੁਤੀ ਗੱਲ ਕਰਦੇ ਵੀ ਆ, ਪਰ ਉਹ ਸਟਰਕਚਰਲ ਨਹੀਂ ਹੈਗੇ। ਸਟਰਕਚਰਲ ਤਾਂ ਹੁੰਦੀ ਆ ਜੇ ਤੁਸੀਂ ਲੋਕਾਂ ਦੀ ਇੰਡਕਸ਼ਨ ਪੋਲੀਟੀਕਲ ਪ੍ਰੋਸੈਸ ਦੇ ਵਿੱਚ ਕਰੋ, ਉਹਨਾਂ ਨੂੰ ਇਨਵੋਲਵ ਕਰੋ, ਉਹਨਾਂ 'ਚ ਸੈਂਸ ਆਫ ਬਿਲੋਂਗਿੰਗ ਆਵੇ, ਉਹ ਤੁਹਾਡੇ ਨਾਲ ਜੁੜਨ, ਤੁਹਾਡੀ ਵਿਚਾਰਧਾਰਾ ਨਾਲ ਜੁੜਨ। ਤੇ ਜੇ ਲੋਕਾਂ ਨੇ, ਕਿਉਂਕਿ ਪਿਛਲੀਆਂ ਚੋਣਾਂ ਦੇ ਵਿੱਚ ਇਹ ਗੱਲ ਬਹੁਤ ਕਲੀਅਰ ਸੀਗੀ, ਲੋਕਾਂ ਨੇ ਵੋਟਾਂ ਪਾਰਟੀ ਨੂੰ ਪਾਈਆਂ ਸੀ, ਕਿ ਕੈਂਡੀਡੇਟ ਨਹੀਂ ਵੇਖਿਆ। ਜਦੋਂ ਪਾਰਟੀ ਨੂੰ ਵੋਟਾਂ ਪੈਂਦੀਆਂ ਵਾ, ਜਿੱਦਾਂ 77 ਦੇ ਵਿੱਚ ਹੋਈਆਂ ਸੀਗੀਆਂ ਜਾਂ 84 ਦੇ ਵਿੱਚ ਹੋਈਆਂ ਸੀਗੀਆਂ, ਉਹ ਐਕਸਪੈਰੀਮੈਂਟ ਬਹੁਤ ਲੰਮਾ ਸਮਾਂ ਨਹੀਂ ਚੱਲਿਆ। ਮੈਨੂੰ ਕਈ ਵਾਰੀ ਡਰ ਲੱਗਦਾ ਵਾ ਕਿ ਜਿਹੜੀ ਹੋਰ 1.5 ਸਾਲ ਨੂੰ ਇਲੈਕਸ਼ਨ ਆਉਣੀ ਆ, ਕਿਤੇ ਉਹਦੇ ਵਿੱਚ ਇਹਨਾਂ ਦੀ ਸਮੱਸਿਆ ਨਾ ਖੜੀ ਹੋ ਜਾਏ। ਜੇ ਸਮੱਸਿਆ ਖੜੀ ਹੋ ਗਈ ਤੇ ਜਿੱਦਾਂ ਝਾੜੂ ਦੇ ਤੀਲੇ ਖਿਲਰਦੇ ਹੁੰਦੇ ਨੇ ਜਦੋਂ ਆਪਾਂ ਕੰਮ ਕਰਨ ਦੇ ਹੁੰਦੇ ਆ, ਇਹ ਫਿਰ ਕੰਮ ਉਦਾਂ ਦਾ ਵੀ ਸ਼ੁਰੂ ਹੋ ਸਕਦਾ। ਦੂਸਰੇ ਪਾਸੇ ਦੇ ਆਰ ਕੰਪੀਟਿੰਗ ਵਿਦ ਬੀਜੇਪੀ ਕੋ ਰਿਸੋਰਸਿਸ ਹੈਗੇ ਆ, ਬੀਜੇਪੀ ਕੋ ਸਭ ਕੁਝ ਹੈਗਾ ਵਾ। ਫਿਰ ਉਹ ਜਿਹੜਾ ਹੈਗਾ ਲੋਟਸ, ਇਹ ਨਹੀਂ ਚੱਲੂਗਾ ਕਿ 5 ਬੰਦੇ ਚੱਲ ਜਾਣਗੇ, 50 ਚੱਲ ਜਾਣਗੇ। ਫਿਰ ਉਹ ਲੋਟਸ ਉਦਾਂ ਦਾ ਹੀ ਹੋ ਸਕਦਾ ਜਿੱਦਾਂ ਏਕਨਾਥ ਸ਼ਿੰਦੇ ਦੇ ਨਾਲ ਹੋਇਆ ਸੀਗਾ। ਫਿਰ ਤਾਂ 70-75 ਹੀ ਇੱਕ ਪਾਸੇ ਤੁਰ ਜਾਣਗੇ, ਇਹਨਾਂ ਨੂੰ ਚੁੱਕ ਕੇ ਲਾਂਭੇ ਮਾਰਨਗੇ, ਬਿਕੋਜ਼ ਦੇ ਡੋਂਟ ਹੈਵ ਅ ਸਟਰਕਚਰ। ਔਰ ਇਸੇ ਕਰਕੇ ਅਰਵਿੰਦ ਕੇਜਰੀਵਾਲ ਕਨਵੀਨਰ ਆ ਵੀ ਪਾਰਟੀ ਦੇ ਵਿੱਚ ਪ੍ਰੈਜ਼ੀਡੈਂਟ ਹੋਣਾ ਚਾਹੀਦਾ, ਜਨਰਲ ਸੈਕਟਰੀ ਹੋਣਾ ਚਾਹੀਦਾ, ਵਾਈਸ ਪ੍ਰੈਜ਼ੀਡੈਂਟ ਹੋਣਾ ਚਾਹੀਦਾ, ਥੱਲੇ ਪਿੰਡ ਤੋਂ ਲੈ ਕੇ ਉੱਤੋਂ ਤੱਕ ਉਹ ਚਾਹੀਦੇ ਆ। ਦੈਟ ਪਾਰਟ ਇਜ਼ ਮਿਸਿੰਗ। ਇਹੀ ਚੈਲੰਜ ਹੋਇਆ ਇਹਨਾਂ ਵਾਸਤੇ ਕਿ ਇਹ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਲਈ ਸਮੱਸਿਆ ਖੜੀ ਕਰ ਸਕਦਾ। ਜੀ ਪ੍ਰੋਫੈਸਰ ਸਾਹਿਬ, ਜਦੋਂ ਆਪਾਂ ਆਮ ਆਦਮੀ ਪਾਰਟੀ ਨੂੰ ਅਸੀਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ, ਖਾਸ ਤੌਰ ਤੇ ਨੌਜਵਾਨ, ਤਾਂ ਉਹਨਾਂ ਨੂੰ ਇਹ ਨਹੀਂ ਸਮਝ ਆਉਂਦਾ ਕਿ ਇਸ ਪਾਰਟੀ ਦੀ ਵਿਚਾਰਧਾਰਾ ਕੀ ਹੈ। ਪਰ ਹੁਣ ਜਿਹੜਾ ਇਹ ਬਿਆਨ ਆਇਆ, ਇਸ ਤੋਂ ਬਾਅਦ ਇੱਕ ਮੈਂ ਟ੍ਰੈਂਡ ਦੇਖਿਆ, ਮੈਂ ਜਿਨ੍ਹਾਂ ਨਾਲ ਗੱਲਬਾਤ ਕਰਦੀ ਹਾਂ, ਮੇਰੀ ਉਮਰ ਦੇ ਨੇ, ਉਹ ਸੋਚਦੇ ਨੇ ਕਿ ਯੈਸ, ਇਹ ਜਿਹੜੀ ਪਾਰਟੀ ਹੈ ਇਹ ਫਾਰ ਰਾਈਟ ਵਿੰਗ ਨੂੰ ਜਾ ਰਹੀ ਹੈ, ਔਰ ਇਹ ਹਿੰਦੂਤਵੀ ਪੋਲਿਟਿਕਸ ਖੇਡਣ ਵਾਲੀ ਪਾਰਟੀ ਬਣ ਚੁੱਕੀ ਹੈ। ਸੋ ਵਿਚਾਰਧਾਰਾ ਦਾ ਹੋਣਾ, ਔਰ ਜਿਹੜੀ ਹੁਣ ਵਿਚਾਰਧਾਰਾ ਦੀ ਆਪਾਂ ਦੇਖਿਆ ਕਿ ਕਮੀ ਹਮੇਸ਼ਾ ਆਮ ਆਦਮੀ ਪਾਰਟੀ 'ਚ ਲੱਗੀ ਆਪਾਂ ਨੂੰ, ਕਿ ਕੋਈ ਵਿਚਾਰਧਾਰਾ ਸਮਝ ਨਹੀਂ ਆਈ, ਔਰ ਹੁਣ ਇੱਕਦਮ ਰਾਈਟ ਵਿੰਗ, ਉਹ ਵੀ ਫਾਰ ਵੱਲ ਨੂੰ ਜਾਣਾ। ਇਹ ਗੱਲ ਤਾਂ ਨੋਟਾਂ ਤੇ ਕਰੰਸੀ ਲਾਉਣ ਵਾਲੀ ਤਾਂ ਬੀਜੇਪੀ RSS ਨੇ ਵੀ ਕਦੀ ਨਹੀਂ ਕਹੀ ਹੈਗੀ, ਸਾਡੇ ਸਾਹਮਣੇ ਨਹੀਂ ਹੈ। ਸੋ ਇਹਦੀ ਵਿਚਾਰਧਾਰਾ ਨੂੰ ਤੁਸੀਂ ਆਮ ਆਦਮੀ ਪਾਰਟੀ ਨੂੰ ਕਿਵੇਂ ਸਮ ਅਪ ਕਰੋਗੇ ਕਿ ਕੀ ਹੈ ਹੁਣ? ਨਹੀਂ, ਵਿਚਾਰਧਾਰਾ ਇੱਕ ਸੈਟ ਆਫ ਆਈਡੀਆਜ਼ ਹੁੰਦਾ, ਉਹਨੂੰ ਆਪਾਂ ਪ੍ਰੈਕਟਿਸ ਕਰਦੇ ਆ, ਉਹਨੂੰ ਪਹਿਲਾਂ ਅਡਾਪਟ ਕਰਦੇ ਆ, ਫਿਰ ਪ੍ਰੈਕਟਿਸ ਕਰਦੇ ਆ। ਇਹ ਵਿਚਾਰਧਾਰਾ ਇਹ ਦੋ ਪਾਸੇ ਚੱਲਣ ਡਏ ਆ। ਅੰਬੇਦਕਰ ਇਹਨਾਂ ਨੇ ਇਹ ਬੇਸਿਕਲੀ ਦੇ ਆਰ ਫੋਕਸਿੰਗ ਔਨ ਦਾ ਸਿੰਬਲਸ। ਉਹ ਥੋੜੀ ਸਮੇਂ ਲਈ ਚੱਲ ਜਾਂਦਾ, ਸਿੰਬਲ ਜਿਹੜੇ ਹੁੰਦੇ ਆ ਤੁਹਾਨੂੰ ਪੁਸ਼ ਕਰ ਦਿੰਦੇ ਥੋੜੇ ਸਮੇਂ ਤੇ, ਪਰ ਉਹ ਸਸਟੇਨ ਨਹੀਂ ਕੀਤਾ ਜਾ ਸਕਦਾ। ਹੁਣ ਭਗਤ ਸਿੰਘ ਦੀ ਵਿਚਾਰਧਾਰਾ ਦੇ ਤਾਂ ਬਿਲਕੁਲ ਵੱਖਰੇ ਚੱਲਣ ਡਿਆ। ਤੁਸੀਂ ਦੇਖਿਆ ਹੋਣਾ ਕਿ ਸਭ ਤੋਂ ਵੱਡੀ ਜਥੇਬੰਦੀ ਦੇ ਜਿਹੜੇ ਲੀਡਰ ਨੇ ਸਟੇਟਮੈਂਟ ਦੇ ਦਿੱਤੀ ਸੀਗੀ, ਭਗਤ ਸਿੰਘ ਦੀ ਵਿਚਾਰਧਾਰਾ ਦੀ ਗੱਲ ਕਰਦੇ ਆ ਤੇ ਬਾਹਰ ਜਾ ਕੇ ਹੱਥ ਜੋੜਦੇ ਫਿਰਦੇ ਆ, ਜੀ ਸਾਡੇ ਇੱਥੇ ਇੰਡਸਟਰੀ ਲਾਓ, ਬਾਹਰੋਂ ਆਣ ਕੇ ਜੀ ਸਾਡਾ ਇੱਥੇ ਸਾਡਾ ਆਹ ਕੰਮ ਕਰੋ, ਆਹ ਕੰਮ ਕਰੋ। BR ਅੰਬੇਦਕਰ ਸਾਹਿਬ ਦੀ ਤੁਸੀਂ ਜਿਹੜੀ ਹੈਗੀ ਆ ਉਹਦੀ ਆਈਡੀਓਲੋਜੀ ਦੀ ਗੱਲ ਕਰਦੇ ਹੋ, ਵਿਚਾਰਧਾਰਾ ਦੀ ਕਰਦੇ ਹੋ, ਕਿੰਨਾ ਕੁ ਹੀ BR ਦੇ ਜਿਹੜੇ ਹੈਗਾ ਸੀ ਅੰਬੇਦਕਰ ਦੇ ਜਿਹੜੇ ਫਾਲੋਅਰ ਸੀ, ਉਹਨਾਂ ਨੂੰ ਤੁਸੀਂ ਰਾਜ ਸਭਾ 'ਚ ਭੇਜਿਆ। ਰਾਜ ਸਭਾ ਇੱਕ ਕਿਸਮ ਦਾ ਜਿਹੜਾ ਹੁੰਦਾ ਉਹ ਪ੍ਰਸ਼ਾਦ ਹੁੰਦਾ ਵਾ। ਜੇ ਰਾਜ ਸਭਾ ਦੇ ਵਿੱਚ ਜਿਸ ਪਾਰਟੀ ਦੇ ਵਿੱਚ, ਕਿਉਂਕਿ ਉਹ ਇਸੇ ਕਰਕੇ ਬੜੇ ਐਲਡਰਲੀ ਪੀਪਲ ਬਣਾਓ ਤੁਸੀਂ।
ਪੰਜਾਬ ਦੇ ਵਿੱਚ ਲੋੜ ਸੀ 33% ਸਾਡਾ ਦਲਿਤ ਭਾਈਚਾਰਾ ਹੈਗਾ, ਇਕੋਨਮੀ ਸਾਡੀ ਕਿਸਾਨੀ ਦੇ ਉੱਤੇ ਆ, ਉਹ ਐਗਰੀਕਲਚਰ ਕ੍ਰਾਈਸਿਸ ਦੇ ਵਿੱਚ ਆ, ਐਜੂਕੇਸ਼ਨ ਸਾਡਾ ਵੈਸੇ ਥੱਲੇ ਬੈਠਾ ਵਾ, ਇਹ ਹੈਲਥ ਸਾਡੇ ਮੁੱਦੇ ਹੈਗੇ ਆ। ਉਹਨਾਂ ਕੋਲ ਸਾਡੇ ਬੰਦੇ ਹੈਗੇ ਸੀ, ਭਗਤ ਸਿੰਘ ਦੀ ਵਿਚਾਰਧਾਰਾ ਵਾਲੇ ਬੰਦੇ ਵੀ ਹੈਗੇ ਸੀਗੇ। ਇਸ ਕਰਕੇ ਇਹਨਾਂ ਦੀ ਕਹਿਣੀ ਤੇ ਕਥਨੀ ਦਾ ਫਰਕ ਜਿਹੜਾ ਵਾ ਲੋਕਾਂ ਦੇ ਸਾਹਮਣੇ ਆ ਰਿਹਾ। ਜਦੋਂ ਕਹਿਣੀ ਤੇ ਕਥਨੀ ਦਾ ਫਰਕ ਸਾਹਮਣੇ ਆ ਜਾਵੇ ਤੇ ਜਿਹੜੀ ਕ੍ਰਾਈਸਿਸ ਆਫ ਲੈਜੀਟੀਮੇਸੀ ਖੜੀ ਹੋ ਜਾਂਦੀ ਆ। ਜਦੋਂ ਲੈਜੀਟੀਮੇਸੀ ਖੜੀ ਹੋ ਜਾਂਦੀ ਹੈ, ਕ੍ਰਾਈਸਿਸ ਆਫ ਲੈਜੀਟੀਮੇਸੀ ਆ, ਪਰਸੈਪਸ਼ਨ ਤਾਂ ਇੱਕਦਮ ਚੇਂਜ ਹੋ ਜਾਂਦੀ ਆ। ਇਸ ਵੇਲੇ ਜਿੰਨਾ ਸੋਸ਼ਲ ਮੀਡੀਆ ਹੈ, ਜਿੰਨਾ ਨੌਲੇਜ ਹੈ, ਜਿੰਨੀ ਇਨਫੋਰਮੇਸ਼ਨ ਹੈਗੀ ਆ, ਉਸੇ ਵੇਲੇ ਤੁਸੀਂ ਦੇਖੋ 3 ਮਹੀਨਿਆਂ 'ਚ ਇਲੈਕਸ਼ਨ ਹਾਰ ਗਏ ਉਹਦੇ ਸੰਗਰੂਰ ਦੇ ਵਿੱਚ, ਉੱਥੇ ਪਤਾ ਲੱਗ ਜਾਂਦਾ ਇਹਨਾਂ ਦਾ 9 ਅਸੈਂਬਲੀ ਕਾਂਸਟੀਟੂਐਂਸੀ ਦੇ ਵਿੱਚ ਇਹਨਾਂ ਦਾ ਕਬਜ਼ਾ ਸੀਗਾ। ਚੀਫ ਮਿਨਿਸਟਰ ਉੱਥੋਂ ਦਾ ਸੀਗਾ, ਇੱਕ ਮੰਤਰੀ ਸਾਹਿਬ, 2-3 ਮੰਤਰੀ ਉੱਥੋਂ ਦੇ ਸੀਗੇ, ਫਾਈਨਾਂਸ ਮਿਨਿਸਟਰ ਉੱਥੋਂ ਦਾ ਸੀਗਾ, ਹੋਰ ਇੱਕ ਮੇਰੇ ਖਿਆਲ ਸਿੰਗਲਾ ਸਾਹਿਬ ਵੀ ਉੱਥੋਂ ਦੇ ਸੀ। ਈਵਨ ਦੈਨ ਦੇ ਲੋਸਟ। ਵਿਚਾਰਧਾਰਾ ਇਹਨਾਂ ਇਹ ਨਹੀਂ ਮਤਲਬ ਹੈਗਾ ਵੀ ਅਸੀਂ ਸਫਾਈ ਕਰਨੀ ਆ ਜਾਂ ਅਸੀਂ ਕੱਟੜ ਇਮਾਨਦਾਰ ਹਾਂ। ਹੁਣ ਕੱਟੜ ਇਮਾਨਦਾਰ ਕੀ ਵਿਚਾਰਧਾਰਾ? ਪੋਲੀਟੀਕਲ ਸਿਸਟਮ ਦੇ ਵਿੱਚ ਪੋਲੀਟੀਕਲ ਆਈਡੀਓਲੋਜੀ ਕੀ ਹੈਗੀ ਆ, ਜਾਂ ਜਿਹੜੀ ਆਈਡੀਓਲੋਜੀ ਨੂੰ ਤੁਸੀਂ ਕਹਿੰਦੇ ਜੋ ਉਹ ਐਕਸੈਪਟ ਕਿੱਦਾਂ ਕਰਦੇ ਹੋ? ਕਿੱਥੇ ਇਹਨਾਂ ਦਾ ਦੂਸਰਾ ਕੋਈ ਹੈਗਾ ਵਰਕਿੰਗ ਪੇਪਰ ਹੈਗਾ? ਕਿੰਨੀ ਸਕੂਲਿੰਗ ਹੋ ਰਹੀ ਆ? ਕੀ ਇੰਡਕਸ਼ਨ ਪ੍ਰੋਸੈਸ ਹੈਗਾ ਵਾ? ਕੀ ਲੋਕਾਂ ਨੂੰ ਪੋਲੀਟੀਕਲ ਸੋਸ਼ਲਾਈਜ਼ ਕਰ ਰਹੇ ਆ? ਇਹ ਸਕੂਲ ਲਾ ਰਹੇ ਆ? ਕੀ ਇਹ ਪ੍ਰਚਾਰ ਕਰ ਰਹੇ? ਨਥਿੰਗ ਡੂਇੰਗ। ਇਹਨਾਂ ਕੋਲ ਟਾਈਮ ਨਹੀਂ ਹੈਗਾ। 2 ਹੀ ਵਿਅਕਤੀ ਆ, ਇੱਕ ਕੇਂਦਰ ਦੇ ਵਿੱਚ ਆ, ਇੱਕ ਭਗਵੰਤ ਸਿੰਘ ਮਾਨ ਹੁਣੀ ਹੈਗੇ ਆ, ਔਰ ਇਹਨਾਂ ਨੂੰ ਵੀ ਨਾਲ ਲਈ ਫਿਰਦੇ ਆ। ਕਦੀ ਗੁਜਰਾਤ ਜਾਣਾ, ਸਾਹਮਣੇ ਦਿਖਾਉਣਾ ਹੁੰਦਾ। ਸੋ ਮੇਰਾ ਕਹਿਣ ਤੋਂ ਭਾਵ ਹੈਗਾ ਕਿ 5 ਸਾਲ ਠੀਕ ਆ, ਇਹਨਾਂ ਨੂੰ ਦੇ ਦਿੱਤਾ। ਵਿਚਾਰਧਾਰਾ ਦਾ ਕੋਈ ਕਲੀਅਰ ਕੱਟ ਏਜੰਡਾ, ਔਰ ਫ੍ਰੀਕੁਐਂਟਲੀ ਚੇਂਜ ਕਰ ਰਹੇ ਹੋ ਤੁਸੀਂ। ਹਸਪਤਾਲਾਂ ਤੋਂ ਤੁਸੀਂ ਫੋਟੋਆਂ ਲਾਉਣ ਦੇ ਉੱਤੇ ਆ ਰਹੇ ਜੋ, ਦੇਵੀ ਦੇਵਤੇ ਵਾਲੇ ਪਾਸੇ ਜਾ ਰਹੇ ਜੋ, ਫਿਰ ਕਹਿੰਦੇ ਜੀ ਮੈਂ ਵੀ ਹਿੰਦੂ ਹੂੰ। ਸੋ ਮੇਰਾ ਕਹਿਣ ਤੋਂ ਭਾਵ ਹੈਗਾ ਕਿ ਇਹ ਪੰਜਾਬ ਦੇ ਵਿੱਚ, ਪੰਜਾਬ ਦਾ ਇੱਕ ਕਰੈਕਟਰ, ਪੰਜਾਬ ਦਾ ਜਿਹੜਾ ਇੱਕ ਹਿਸਟਰੀ ਇਦਾਂ ਦੀ ਹੈਗੀ ਆ ਕਿ ਇਹਦੇ ਵਿੱਚ ਕਮਿਊਨਲਿਜ਼ਮ ਨੂੰ ਸਪੇਸ ਨਹੀਂ ਹੈਗੀ। ਕਮਿਊਨਲਿਜ਼ਮ ਬਹੁਤ ਲੰਮਾ ਸਮਾਂ, ਕਮਿਊਨਲ ਆਈਡੀਆ ਬਹੁਤ ਲੰਮਾ ਸਮਾਂ ਨਹੀਂ ਚੱਲਦਾ। ਹਾਂ, ਕਨਫਰੰਟੇਸ਼ਨ ਆਉਂਦੀ ਇੱਕ ਲੈਵਲ ਦੇ ਉੱਤੇ ਆਣ ਕੇ। ਤੁਸੀਂ ਇੱਕ ਬਹੁਤ ਵਧੀਆ ਐਗਜ਼ਾਮਪਲ ਤੁਸੀਂ ਦੇਖੀ ਹੋਣੀ ਕਿ 1985 ਦੇ ਵਿੱਚ, 84 ਦੇ ਵਿੱਚ ਕਿੰਨੇ ਵੱਡੇ ਦਰਬਾਰ ਸਾਹਿਬ ਵਾਲੀ ਗੱਲ ਹੋਈ, ਇੰਦਰਾ ਗਾਂਧੀ ਦਾ ਅਸੈਸੀਨੇਸ਼ਨ ਹੋਇਆ। ਉਸ ਤੋਂ ਬਾਅਦ ਤੁਸੀਂ ਦੇਖੋ ਕਿ ਲੋਕਾਂ ਦੀ ਉੱਥੋਂ ਬਾਹਰੋਂ ਮਾਈਗ੍ਰੇਸ਼ਨ ਹੋ ਗਈ। 85 ਦੀ ਇਲੈਕਸ਼ਨ ਮੋਸਟ ਪੀਸਫੁਲ ਇਲੈਕਸ਼ਨ ਸੀਗੀ, ਉੱਚ ਦਿੱਤੀ। ਦਿੱਲੀ ਦੇ ਰॉयट्स ਹੋਏ ਸੀ, ਸ਼ੀਲਾ ਦੀਕਸ਼ਤ ਨੂੰ ਦਿੱਲੀ ਦੇ ਮੈਜੋਰਟੀ ਸਿੱਖਾਂ ਨੇ 15 ਸਾਲ ਵੋਟਾਂ ਪਾਈਆਂ। ਤੋ ਵਿਚਾਰਧਾਰਾ ਹੁੰਦੀ ਸਾਨੂੰ ਅੱਗੇ ਲਿਜਾਣ ਵਾਲੀ। ਹੋਰ ਪੋਲੀਟੀਕਲ ਪਾਰਟੀਆਂ ਕਰਦੀਆਂ ਪਿਛਾਂ ਖਿੱਚਣ ਦੀ ਕੋਸ਼ਿਸ਼ ਕਰਦੀਆਂ। ਤਾਂ ਮੇਰਾ ਕਹਿਣ ਤੋਂ ਭਾਵ ਹੈਗਾ, ਐਟਲੀਸਟ ਮੈਨੂੰ ਨਹੀਂ ਸਮਝ ਆਈ ਕਿ ਕਿਹੜੀ ਵਿਚਾਰਧਾਰਾ ਦੀ ਗੱਲ ਕਰਦੇ ਆ। ਹਾਂ, ਜਿਹੜੀ ਵਿਚਾਰਧਾਰਾ ਦੇ ਲੋਕ ਇਹਨਾਂ ਕੋਲ ਹੈਗੇ ਸੀਗੇ, ਜਿਹੜੇ ਇਨਸਿਸਟ ਕਰਦੇ ਸੀਗੇ ਕਿ ਵਰਕਿੰਗ ਪੇਪਰ ਬਣਾਉਣਾ, ਆਹ ਸਾਡੀ ਵਿਚਾਰਧਾਰਾ ਵਾ, ਉਹਨਾਂ ਸਾਰਿਆਂ ਨੂੰ ਇਹਨਾਂ ਨੇ ਗੁੱਠੇ ਲਾ ਕੇ, ਖਾਸ ਕਰਕੇ ਇਸੇ ਕੇਜਰੀਵਾਲ ਸਾਹਿਬ ਨੇ ਉਹਨਾਂ ਨੂੰ ਉੱਥੋਂ ਜਿਹੜੇ ਹੈਗੇ ਸੀ ਕਹਿਣ ਵਾਲੇ ਗੱਲ ਕਿ ਆਪਾਂ ਗੱਲਬਾਤ ਕਰੀਏ, ਉਹ ਸਾਰੇ ਤਾਂ ਬਾਹਰ ਕੱਢ ਦਿੱਤੇ। ਹੁਣ 1 ਮੈਨ ਸ਼ੋਅ ਹੈ। ਤੇ 1 ਮੈਨ ਸ਼ੋਅ ਦਾ ਕਿਹਾ ਸ਼ਬਦ ਜਿਹੜਾ ਉਹਦੀ ਵਿਚਾਰਧਾਰਾ ਹੈ, ਚਾਹੇ ਮੂਰਤੀ ਲਾ ਦੋ, ਚਾਹੇ ਨੋਟਾਂ ਦੇ ਨਾਂ ਲਿਖ ਦੋ, ਤੇ ਚਾਹੇ ਤੁਸੀਂ ਹਸਪੀਟਲ ਖੋਲ ਦੋ, ਤੇ ਚਾਹੇ ਭਗਤ ਸਿੰਘ ਨੂੰ ਸੈਲੀਬ੍ਰੇਟ ਕਰ ਲਓ, ਤੇ BR ਅੰਬੇਦਕਰ ਸਾਹਿਬ ਦੇ ਗੁਣ ਗਾਣ ਕਰ ਲਓ। ਇਹ ਪਾਰਟ ਮਿਸਿੰਗ ਆ। ਇਹ ਇਹਨਾਂ ਲਈ ਚੈਲੰਜ ਬਣਨਾ ਹੈ। ਇਸੇ ਕਰਕੇ ਜਿੰਨੀ ਜਲਦੀ ਅੱਗੇ ਵਧੇ ਆ, ਮੈਨੂੰ ਡਰ ਇਹ ਹੈਗਾ ਵੀ ਇਹ ਡਿਸਪੀਅਰ ਹੋਣ ਦੀ ਪੋਸੀਬਿਲਿਟੀ ਵੀ ਉਨੀ ਜਲਦੀ ਜਿਹੜੀ ਆ ਇਹ ਪੈਦਾ ਕਰ ਰਹੇ ਆ, ਔਰ ਆਉਣ ਵਾਲੇ ਸਮੇਂ ਦੇ ਵਿੱਚ ਹੋ ਜਾਊਗੀ। ਜੀ ਜੀ ਸਰ, ਹਿੰਦੂਤਵੀ ਪੋਲਿਟਿਕਸ ਸਿਰਫ ਇੱਕ ਇਹੀ ਪੈਮਾਨਾ ਰਹਿ ਗਿਆ, ਇੱਕ ਇਹੀ ਫਾਰਮੂਲਾ ਰਹਿ ਗਿਆ ਜਿਹਦੇ ਤੇ ਹੁਣ ਕੋਈ ਜਿੱਤ ਸਕਦਾ ਜਾਂ ਪ੍ਰਾਈਮ ਮਿਨਿਸਟਰ ਦੀ ਕੁਰਸੀ ਤੱਕ ਪਹੁੰਚ ਸਕਦਾ? ਕੀ ਆਪਣੇ ਦੇਸ਼ ਦੇ ਵਿੱਚ ਇਹ ਲੈਵਲ ਤੇ ਪਹੁੰਚ ਚੁੱਕਿਆ ਕਿ ਕੋਈ ਵੀ ਪਾਰਟੀ ਹੈ, ਚਾਹੇ ਕਿੰਨਾ ਵੀ ਬਦਲਾਵ ਦਾ ਸ਼ੋਰ ਮਚਾਉਣ ਵਾਲੀ ਪਾਰਟੀ ਆ, ਉਹਨੂੰ ਵੀ ਹਿੰਦੂਤਵੀ ਰਾਜਨੀਤੀ ਦਾ ਪੈਂਤੜਾ ਜਿਹੜਾ ਆ ਉਹ ਇਖਤਿਆਰ ਕਰਨਾ ਹੀ ਪਏਗਾ? ਕੀ ਹੁਣ ਇਹੀ ਰਹਿ ਚੁੱਕਾ ਜੀ? ਬਿਲਕੁਲ ਨਹੀਂ ਜੀ। ਹਿੰਦੂ ਸੋਸਾਇਟੀ ਦੇ ਵਿੱਚ ਕਿੰਨੀਆਂ ਕੰਟਰਾਡਿਕਸ਼ਨਸ ਹੈਗੀਆਂ। ਕਾਸਟ ਸਿਸਟਮ ਉੱਥੇ ਹੈਗਾ। ਤੁਸੀਂ ਬਿਹਾਰ ਦੀ ਐਗਜ਼ਾਮਪਲ ਲੈ ਲਓ, ਉੱਥੇ ਹਿੰਦੂਤਵ ਕਿਉਂ ਨਹੀਂ ਹੈਗਾ? ਹੁਣ ਬਹੁਤ ਲੋਕੀ ਕਹਿੰਦੇ ਆ ਯੂਪੀ ਦੇ ਵਿੱਚ ਮਲਟੀਪਲ ਫੈਕਟਰਸ ਹੈਗੇ, ਜਿਹਦੀ ਵਜ੍ਹਾ ਕਰਕੇ ਯੋਗੀ ਅਗੇਨ ਕੇਮ ਟੂ ਪਾਵਰ। ਲਾ ਐਂਡ ਆਰਡਰ ਦਾ ਵੱਡਾ ਮਸਲਾ ਸੀ ਜਿਹੜਾ ਉਹਨੇ ਕਾਫੀ ਹੱਦ ਤੱਕ ਰਿਜ਼ੋਲਵ ਕੀਤਾ, ਔਰ ਉਹਦੇ ਵਿੱਚ ਜਿੰਨੇ ਗੁੰਡੇ ਬਦਮਾਸ਼ ਜਿਹੜੇ ਗੈਂਗਸਟਰ ਸੀਗੇ, ਉਹ ਜਿਸ ਤਰੀਕੇ ਨਾਲ ਉਹਨੇ ਟ੍ਰੀਟ ਕੀਤਾ। ਦਿਸ ਇਜ਼ ਵਨ ਪਾਰਟ। ਇਲੈਕਟ੍ਰਿਸਿਟੀ ਜਿਹੜੀ ਹੈਗੀ ਆ, ਫਾਰਮ ਸੈਕਟਰ ਨੂੰ ਸਟਿਲ ਤੁਸੀਂ ਜਾ ਕੇ ਦੇਖੋ, ਪੰਜਾਬ ਨਾਲੋਂ ਮੱਚ ਬੈਟਰ। 17, 18, 20 ਘੰਟੇ ਵੈਸਟਰਨ ਯੂਪੀ ਦੇ ਵਿੱਚ ਫਾਰਮ ਸੈਕਟਰ ਨੂੰ ਇਲੈਕਟ੍ਰਿਸਿਟੀ ਪਿਛਲੇ ਸਮੇਂ ਤੋਂ ਆ ਰਹੀ ਹੈ। ਸੜਕਾਂ ਨੈਸ਼ਨਲ ਲੈਵਲ ਤੇ ਸਾਰਾ ਕੁਝ ਬਣ ਰਿਹਾ ਹੈਗਾ। ਔਰ ਸਭ ਤੋਂ ਵੱਡੀ ਗੱਲ ਸੀ ਲਾ ਐਂਡ ਆਰਡਰ। ਐਂਡ ਇਟ ਵਿਲ ਬੀ ਸਰਪ੍ਰਾਈਜ਼ ਟੂ ਸੀ ਦੈਟ ਕਿ ਜਿਹੜਾ ਟ੍ਰਿਪਲ ਤਲਾਕ ਜਿਹੜਾ ਹੈਗਾ ਵਾ, ਉਹਨੂੰ ਲਿਆਉਣ ਦੇ ਨਾਲ ਉੱਥੋਂ ਦੀ ਐਜੂਕੇਟਡ ਜਿਹੜੀਆਂ ਮੁਸਲਿਮ ਵਿਮਨ ਸੀਗੀਆਂ, ਉਹਨਾਂ ਦੀ ਵੱਡੀ ਗਿਣਤੀ ਦੇ ਵੋਟਡ ਫਾਰ ਦਾ BJP। ਔਰ ਇਹ ਤੋਂ ਹੋਰ ਇਹ ਵੀ ਹੈਗਾ ਕਿਉਂਕਿ ਉਹਨਾਂ ਨੇ ਸਾਰਾ ਕੁਝ ਕੀਤਾ। ਹਿੰਦੂਤਵ ਵੀ ਗੱਲ ਕੀਤੀ, ਇਕਨੋਮਿਕ ਡਿਵੈਲਪਮੈਂਟ ਦੀ ਗੱਲ ਵੀ ਕੀਤੀ, ਉਹਦੇ ਵਿੱਚੋਂ ਇਨਕਲੂਸਿਵਨੈਸ ਦੀ ਵੀ ਗੱਲ ਕੀਤੀ, ਜਾਂ ਜਿਹੜਾ ਸਾਰਾ ਕੁਝ ਸੀ ਉਹਦੇ ਵਿੱਚੋਂ ਲਿਆਂਦਾ। ਇਕੱਲੇ ਹਿੰਦੂਤਵਾਦੀ ਨਾਲ ਇਟਸ ਨਾਟ ਪੋਸੀਬਲ, ਕਿਉਂਕਿ ਸਾਡੇ ਕੋਲ
ਇੱਕ ਅਸੀਂ ਫॉर द ਲਾਸਟ 75 years we are living in a different system। ਤੁਸੀਂ ਹਿੰਦੂਤਵ ਸਾਊਥ ਵਾਲਾ ਹਿੰਦੂਤਵ ਕੀ ਕਰੋਗੇ, ਤੁਸੀਂ ਤਾਮਿਲਨਾਡੂ ਕੀ ਕਰੋਗੇ, ਕੇਰਲਾ ਨੂੰ ਕੀ ਕਰੋਗੇ, ਆਂਧਰਾ ਨੂੰ ਕੀ ਕਰੋਗੇ, ਮਰਾਠਿਆਂ ਨੂੰ ਕੀ ਕਰੋਗੇ, ਉੜੀਸਾ ਵਾਲੇ ਵੀ ਹਿੰਦੂ ਹੈਗੇ ਆ, ਬੰਗਾਲੀ ਵੀ ਹਿੰਦੂ ਹੈਗੇ ਆ। ਇਟਸ ਨਾਟ देयर। ਇਹ ਠੀਕ ਆ ਐਡ ਕਰਦੀ ਆ। ਗੁਜਰਾਤ ਇਹਨਾਂ ਨੇ ਐਕਸਪੈਰੀਮੈਂਟ ਬਣਾਈ ਸੀਗੀ। ਤੁਸੀਂ ਈਵਨ ਕਾਂਗਰਸ ਵਨ ਦ ਇਲੈਕਸ਼ਨ ਲਾਸਟ ਟਾਈਮ ਇਨ ਮੱਧ ਪ੍ਰਦੇਸ਼ ਔਰ ਇਹਨੇ ਛੱਤੀਸਗੜ੍ਹ ਔਰ ਜਿਹੜਾ ਹੈਗਾ ਸੀ ਸਾਡੇ ਕੋਲ ਇੱਥੇ ਸੀ ਰਾਜਸਥਾਨ। ਪ੍ਰੋਬਲਮ ਇਹ ਹੈਗੀ ਆ ਕਿ ਇਸ ਵੇਲੇ ਜਿਹੜੀ ਅਪੋਨੈਂਟ ਪੋਲੀਟੀਕਲ ਪਾਰਟੀ ਆ ਕਾਂਗਰਸ ਦਾ ਢਾਂਚਾ ਇਸ ਵੇਲੇ ਬਹੁਤ ਵੀਕ ਆ। ਹੋਪਫੁਲੀ ਜੋ ਇਸ ਵੇਲੇ ਉਹਨਾਂ ਨੇ ਨਵਾਂ ਸਿਸਟਮ ਅਡਾਪਟ ਕੀਤਾ ਵਾ, ਨਵਾਂ ਉਹਨਾਂ ਦਾ ਪ੍ਰੈਜ਼ੀਡੈਂਟ ਆ ਗਿਆ, ਆਊਟਸਾਈਡ ਦਾ ਗਾਂਧੀ ਫੈਮਿਲੀ ਹੈਗਾ, ਰਾਹੁਲ ਗਾਂਧੀ ਬਾਹਰ ਨਿਕਲਿਆ ਹੈ, ਲੋਕਾਂ ਦੀ ਸਿੰਪਥੀ ਬਣ ਰਹੀ ਆ। ਮੈਨੂੰ ਅਜੇ ਵੀ ਲੱਗਦਾ ਹੁੰਦਾ ਕਿ ਕਾਂਗਰਸ ਆਮ ਲੋਕਾਂ ਨੂੰ ਬਹੁਤ ਜ਼ਿਆਦਾ ਸਪੇਸ ਦਿੰਦੀ ਆ। ਲੋਕਾਂ ਦੀ ਇੱਕ ਸੈਂਸ ਆਫ ਬਿਲੋਂਗਿੰਗ ਕਿਤੇ ਨਾ ਕਿਤੇ ਐਜੂਕੇਟਡ ਦੀ ਯੂਥ ਦੀ ਕਾਂਗਰਸ ਵਾਲੇ ਉਸ ਪਾਸੇ ਵੱਲ ਹੈਗੀ ਆ, ਪਰ ਉਹ ਖੁਦ ਹੀ ਆਪਣੇ ਪੈਰਾਂ ਦੇ ਉੱਤੇ ਨਹੀਂ ਸੀਗੇ। ਆਪਣਾ ਢਾਂਚਾ ਹੀ ਉਹਦਾ ਇੰਨਾ ਜਿਹੜਾ ਵਿਗੜਿਆ ਪਿਆ ਹੈਗਾ। ਲਾਸਟ ਟੂ ਲਾਸਟ ਟਾਈਮ ਦੇ ਵਨ ਇਨ ਦੈਟ ਉੱਥੇ ਸੀ ਆਪਣਾ ਗੋਆ ਦੇ ਵਿੱਚ ਸਰਕਾਰ ਹੀ ਨਹੀਂ ਬਣਾ ਸਕੇ, ਮਨੀਪੁਰ ਦੇ ਵਿੱਚ ਸਿੰਗਲ ਲਾਰਜੈਸਟ ਪਾਰਟੀ ਸੀ, ਸਰਕਾਰ ਹੀ ਨਹੀਂ ਬਣਾ ਸਕੇ। ਕੰਟਰਾਡਿਕਸ਼ਨ ਬਹੁਤ ਜ਼ਿਆਦੀਆਂ ਹੈ, ਫੈਕਸ਼ਨਲ ਫਾਈਟ ਬਹੁਤ ਹੈ, ਸੈਂਟਰਲ ਲੀਡਰਸ਼ਿਪ ਜਿਹੜੀ ਆ ਬਹੁਤ ਜਿਹੜੀ ਵੀਕ ਹੈਗੀ ਆ, ਜਾਂ ਉਹਦੇ ਵਿੱਚ ਉਹ ਕਰਪਟ ਪ੍ਰੈਕਟਿਸਿਸ ਹੈਗੀਆਂ। ਪੰਜਾਬ ਦੇ ਲੈਵਲ ਤੇ ਵੇਖ ਲਓ, ਜਿਹਨੂੰ ਫੜ ਕੇ ਵੇਖ ਲਓ, ਮੰਤਰੀ ਨੂੰ, ਸੰਤਰੀ ਨੂੰ ਜਾਂ ਐਮਐਲਏ ਨੂੰ, ਕਿਸ ਤਰੀਕੇ ਨਾਲ ਉਹਦੇ ਵਿੱਚ ਇਨਵੋਲਵਡ ਸੀਗੇ। ਸੋ ਮੇਰਾ ਕਹਿਣ ਤੋਂ ਭਾਵ ਹੈਗਾ ਹਿੰਦੂਤਵ ਨਹੀਂ, ਜਾਂ ਕਿਸੇ ਵੀ ਲੈਵਲ ਤੇ ਰਿਲੀਜਨ, ਮੈਨੂੰ ਖਿਆਲ ਦੈਟਸ ਨਾਟ, ਕਿਉਂਕਿ ਰਿਲੀਜਨ ਦੇ ਵਿੱਚ ਕੰਟਰਾਡਿਕਸ਼ਨ ਆ। ਤੁਸੀਂ ਸਿੱਖ ਰਿਲੀਜਨ ਲੈ ਲਓ, ਆਪਾਂ ਕੋਈ ਹੋਮੋਜੀਨੀਅਸ ਥੋੜੇ ਹੈਗੇ ਆ। ਜੈਂਡਰ ਦੇ ਲੈਵਲ ਤੇ ਸਾਡੀ ਕੁਆਲਿਟੀ ਨਹੀਂ ਹੈਗੀ, ਕਾਸਟ ਸਿਸਟਮ ਸਾਡੇ ਹੈਗਾ, ਪ੍ਰੈਕਟਿਸ ਦੇ ਉੱਤੇ ਹੈਗਾ, ਨਾਨ ਬਲੀਵਰ ਦੇ ਉੱਤੇ ਹੈਗਾ, ਡੇਰਿਆਂ ਵਾਲੇ ਤੇ ਜਿਹੜੇ ਹੋਰ ਗੁਰਦੁਆਰੇ ਜਾਣ ਵਾਲੇ ਉਹਨਾਂ ਦੀ ਕੰਟਰਾਡਿਕਸ਼ਨ ਹੈਗੀ ਆ। ਤਾਂ ਹਿੰਦੂਤਵ ਨਹੀਂ, ਲੋਕਾਂ ਦੀ ਜਿਹੜੇ ਇਸ਼ੂਜ਼ ਹੈਗੇ। ਦੂਸਰਾ ਹੈਗਾ ਕਿ 60% ਆਫ ਦਾ ਵੋਟਰਸ ਜਿਹੜੇ ਯੰਗ ਪਾਪੂਲੇਸ਼ਨ ਹੈਗੀ ਆ, ਉਹ ਯੂਥ ਦੇ ਵਿੱਚ ਆ ਜਾਂਦੀ ਆ। ਉਹਨਾਂ ਦਾ ਏਜੰਡਾ ਹੋਰ ਹੈਗਾ, ਉਹ ਉਹਨੇ ਜ਼ਿਆਦਾ ਜਿਹੜੇ ਹੈਗੇ ਉਹ ਰਿਲੀਜੀਅਸ ਮਾਈਂਡਡ ਨਹੀਂ ਹੈਗੇ। ਉਹਨਾਂ ਦੀ ਜਿਹੜੀ ਅਪਰੋਚ ਆ ਬਹੁਤ ਫੰਕਸ਼ਨਲ ਆ, ਦੇ ਆਰ ਫਿਊਚਰ ਓਰੀਐਂਟਡ। ਉਹਨਾਂ ਦੀ ਰੁਜ਼ਗਾਰ ਵੀ ਹੈਗਾ ਵਾ। ਇਸੇ ਕਰਕੇ ਤੁਸੀਂ ਦੇਖਿਆ ਹੋਣਾ ਕਿ ਮੋਦੀ ਸਾਹਿਬ ਨੇ ਹੁਣ 10 ਲੱਖ ਰੁਜ਼ਗਾਰ ਦੀ ਗੱਲ ਸ਼ੁਰੂ ਕਰ ਦਿੱਤੀ ਆ, ਜਾਂ ਹੋਰ ਚੀਜ਼ਾਂ ਜਿਹੜੀਆਂ ਨਾਲ ਸ਼ੁਰੂ ਕਰ ਦਿੱਤੀਆਂ। ਸੜਕਾਂ ਤੇ ਬਣ ਹੀ ਨਹੀਂ ਉਹਦੇ ਵਿੱਚੋਂ। ਸੋ ਮੇਰਾ ਕਹਿਣ ਤੋਂ ਭਾਵ ਹੈਗਾ ਹਿੰਦੂਤਵ ਜਿਹੜਾ ਹੈਗਾ ਕਿਸੇ ਵੀ ਪਾਰਟੀ ਦਾ ਕੋਈ ਬੇੜਾ ਪਾਰ ਨਹੀਂ ਲਾ ਸਕਦਾ। ਔਰ ਇਹ ਤਾਂ ਖੈਰ ਸ਼ਾਇਦ ਬਹੁਤ ਛੋਟਾ ਇਹਨਾਂ ਦੀ ਪਹੁੰਚ ਹੈਗੀ ਆ, ਡਿਫਿਕਲਟ ਫਾਰ ਦੈਮ। ਹਾਂ, ਇਹ ਜ਼ਰੂਰ ਸੀਗਾ ਕਿ ਆਲਟਰਨੇਟਿਵ ਜੇ ਤੁਸੀਂ ਉਹਨਾਂ ਨੂੰ ਪੋਲਿਟਿਕਸ ਦੀ ਗੱਲ ਕਰਦੇ, ਗੁਜਰਾਤ ਦਾ ਸਿਸਟਮ ਬਹੁਤ ਵਧੀਆ ਨਹੀਂਗਾ। ਸਮਾਲ ਸੈਗਮੈਂਟ ਵਾਸਤੇ ਗੁਜਰਾਤ ਜਿਹੜਾ ਹੈਗਾ, ਜਿਹੜੇ ਪ੍ਰਿਵਿਲੇਜਡ ਹੈਗੇ ਆ, ਉਹਨਾਂ ਲਈ ਐਵਰੀਥਿੰਗ ਇਜ਼ ਦੇਅਰ। ਉਹਨਾਂ ਦੀ ਪਬਲਿਕ ਇੰਸਟੀਟਿਊਸ਼ਨ ਦਾ ਡਿਮੋਲਿਸ਼ ਹੋਈਆਂ, ਸਕੂਲਾਂ ਸਰਕਾਰੀ ਦਾ ਮਾੜਾ ਹਾਲ ਹੈ, ਹਸਪੀਟਲ ਦਾ ਮਾੜਾ ਹਾਲ ਹੈ। ਦੂਸਰਾ ਜਿਹੜਾ ਹੈਗਾ ਜਿਹੜਾ ਉਸ ਕਿਸਮ ਦਾ ਹੈਗਾ, ਜੇ ਉੱਥੋਂ ਇਹ ਪਿਛਾਂ ਹਟ ਕੇ ਇਸ ਪਾਸੇ ਵੱਲ ਆਇਆ ਇਹਦਾ ਮਤਲਬ ਰਿਸਪੌਂਸ ਕੋਈ ਬਹੁਤਾ ਵਧੀਆ ਨਹੀਂ ਮਿਲਿਆ। ਤੇ ਇਸ ਕਰਕੇ ਇਹਨਾਂ ਨੂੰ ਹੋ ਸਕਦਾ ਮਜਬੂਰੀ ਦੇ ਵਿੱਚ ਇਹ ਗੱਲ ਕਹੀ ਆ, ਪਰ ਜੇ ਗੱਲ ਕਹੀ ਹੈਗੀ ਆ ਆਉਣ ਵਾਲੇ ਸਮੇਂ 'ਚ ਇਹਨਾਂ ਨੂੰ ਇਹਨਾਂ ਸਵਾਲਾਂ ਦੇ ਜਵਾਬ ਜਿਹੜੇ ਉਹ ਦੇਣੇ ਪੈਣਗੇ। ਖਾਸ ਕਰਕੇ ਪੰਜਾਬ ਦੇ ਵਿੱਚ ਮੈਨੂੰ ਤਾਂ ਲੱਗਦਾ ਵੀ ਇਹ ਸਵਾਲ ਦੇ ਨਾਲ ਪਬਲਿਕ ਡੋਮੇਨ ਦੇ ਵਿੱਚ ਉਹਨਾਂ ਦਾ ਬੈਠਣਾ ਪੰਜਾਬ ਦੇ ਵਿੱਚ ਹੁਣ ਸ਼ਾਇਦ ਕਾਫੀ ਮੁਸ਼ਕਲ ਹੋ ਜਾਊਗਾ। ਜੀ, ਪਰ ਸਰ ਆਖਰੀ ਮੇਰਾ ਸਵਾਲ ਹੈ ਤੁਹਾਡੇ ਨਾਲ ਕਿ ਕੀ ਹੁਣ ਅਰਵਿੰਦ ਕੇਜਰੀਵਾਲ ਜੀ ਦੇ ਨਾਲ ਉਹ ਹਿੰਦੂਤਵਾ ਦਾ ਟੈਗ ਲਾ ਸਕਦੇ ਆ? ਕਿਉਂਕਿ ਉਹਨਾਂ ਦੇ ਬਿਆਨ ਜਿਹੜੇ ਯੂਨੀਫਾਰਮ ਸਿਵਲ ਕੋਡ ਨੂੰ ਲੈ ਕੇ ਵੀ, ਔਰ ਉਹਨਾਂ ਨੇ ਆਪਣੀ ਸਿਲੈਕਟਿਵਲੀ ਚੁੱਪੀ ਵੀ ਰੱਖੀ ਆ ਬਹੁਤ ਮਸਲਿਆਂ ਦੇ ਉੱਤੇ। ਫੈਡਰਲ ਸਟਰਕਚਰ ਤੇ ਜਦੋਂ ਗੱਲ ਆਉਂਦੀ ਹੈ, ਜਿਵੇਂ ਬਿਲਕਿਸ ਬਾਨੋ ਦੇ ਰੇਪ ਕੇਸ ਤੇ ਆਉਂਦੀ ਹੈ। ਸੋ ਕੀ ਹੁਣ ਆਪਾਂ ਆਮ ਆਦਮੀ ਪਾਰਟੀ ਨੂੰ ਹਿੰਦੂਤਵੀ ਪਾਰਟੀ ਕਹਿ ਸਕਦੇ ਹਾਂ ਕਿ ਇਹ ਮੈਜੋਰਿਟੇਰੀਅਨ ਜਿਹੜੀ ਆ ਮੈਜੋਰਿਟੀ ਨੂੰ ਖੁਸ਼ ਕਰਨ ਦੇ ਲਈ, ਬਾਕੀਆਂ ਨੂੰ ਮਿਨੋਰਿਟੀ ਨੂੰ ਬਾਹਰ ਕੱਢ ਕੇ ਹਰ ਪੱਖ ਨੂੰ ਵਿੱਚ ਨਾ ਲੈ ਕੇ ਸਿਰਫ ਇੱਕ ਵੱਡੇ ਸੈਕਸ਼ਨ ਨੂੰ ਖੁਸ਼ ਕਰਨ ਵਾਲੀ ਰਾਜਨੀਤੀ ਤੇ ਆ ਚੁੱਕੇ ਨੇ, ਉਹ ਪਾਰਟੀ ਬਣ ਚੁੱਕੀ ਹੈ? ਨਹੀਂ ਜੀ, ਤੁਸੀਂ ਦੇਖੋ ਪਿਛਲੇ ਰੀਸੈਂਟਲੀ ਇਲੈਕਸ਼ਨਸ ਹੋਈ ਉੱਤਰਾਖੰਡ ਦੇ ਵਿੱਚ। ਉੱਤਰਾਖੰਡ ਦੇ ਵਿੱਚ ਤਰਾਈ ਦੇ ਵਿੱਚ ਇੱਕ ਕਾਫੀ ਵੱਡਾ ਚੰਕ ਹੈਗਾ ਪੰਜਾਬੀ ਪਾਪੂਲੇਸ਼ਨ ਦਾ, ਠੀਕ ਹੈ ਜੀ। ਉੱਤਰਾਖੰਡ ਦੇ ਵਿੱਚ ਇਹਨਾਂ ਸਾਰੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ। ਜਿਹੜੇ ਇਹਨਾਂ ਨੇ ਬੰਦੇ ਖੜੇ ਕੀਤੇ ਸੀਗੇ ਉੱਤਰਾਖੰਡ ਦੇ ਵਿੱਚ, ਤਾਂ ਮੇਰੇ ਖਿਆਲ 90+% ਪਾਪੂਲੇਸ਼ਨ ਹੈ ਹਿੰਦੂ ਪਾਪੂਲੇਸ਼ਨ ਹੈਗੀ ਆ ਜੀ। ਜਾਂ ਜੇ ਤੁਸੀਂ ਇਹਨਾਂ ਨੂੰ ਜੋੜ ਲਓ, ਬਹੁਤ ਘੱਟ ਹੈਗੇ ਉਹਦੇ ਵਿੱਚੋਂ। ਫੇਲਡ ਮਿਜ਼ਰੇਬਲੀ ਹਿਮਾਚਲ ਪ੍ਰਦੇਸ਼ ਦੇ ਵਿੱਚ ਸੀਗਾ, ਜਿਹੜੇ ਇਹਨਾਂ ਨੂੰ ਸਭ ਤੋਂ ਵੱਡਾ ਚੈਲੰਜ ਉੱਥੋਂ ਜਿਹੜੇ ਬੰਦੇ ਖੜੇ ਕਰਦੇ ਉਹ ਬੀਜੇਪੀ ਵਾਲੇ ਪਾਸੇ ਹੋ ਰਹੇ ਨੇ। ਮੈਂ ਆਈ ਥਿੰਕ ਇਟਸ ਹੈਲਪਿੰਗ ਟੂ ਦ ਬੀਜੇਪੀ ਬਾਈ ਦੈਟ ਵੇ, ਟਿਲ ਦੈਟ ਹੀ ਹੈਜ਼ ਨਿਊਟਰਲਾਈਜ਼ਡ ਬੇਸਿਕਲੀ ਕਾਂਗਰਸ ਨੂੰ ਇਫੈਕਟ ਕੀਤਾ ਇਹਦੇ ਵਿੱਚੋਂ। ਹੀ ਨੈਵਰ ਸਪੋਕ ਔਨ ਆਰਟੀਕਲ 370, ਉਹ ਤਾਂ ਪਹਿਲਾਂ ਹੀ ਪਤਾ ਸੀਗਾ। 370 ਦੇ ਉੱਤੇ ਖਤਮ ਨਹੀਂ ਹੋਇਆ, ਸੀਏ ਦੇ ਉੱਤੇ ਨਹੀਂ ਬੋਲਿਆ ਉਹਦੇ ਵਿੱਚੋਂ। ਰਾਜਨੀ ਨੇ ਜਿਹੜਾ ਸਪੋਰਟ ਕੀਤਾ ਸੀਗਾ 370 ਦੀ, ਜਿਹੜੀ ਉਹਦੇ ਵਿੱਚੋਂ ਸੀ ਯੂਨੀਫਾਰਮ ਸਿਵਲ ਕੋਡ ਦੀ ਗੱਲ ਕਰਦਾ, ਉਹਦੇ ਵਿੱਚੋਂ ਸੈਂਟਰਲਾਈਜੇਸ਼ਨ ਦੀ ਗੱਲ ਕਰ ਦਿੱਤਾ, ਸਾਰਾ ਉਹੀ ਕਾਂਡਿਆ। ਪਰ ਇਹ ਕੋਈ ਰਿਸੋਰਸਿਸ ਨਹੀਂ ਹੈਗੇ, ਇਹਨੀ ਪਹੁੰਚ ਨਹੀਂ ਹੈਗੇ, ਕਿਉਂਕਿ ਇਹ ਆਲਟਰਨੇਟਿਵ ਪੋਲਿਟਿਕਸ ਨਹੀਂ ਹੈਗੀ। ਉਹ ਤਾਂ ਕਰ ਨਹੀਂ ਰਹੇ, ਬੀਜੇਪੀ ਵਾਲੇ ਤਾਂ ਕਰ ਨਹੀਂ ਰਹੇ ਆ। ਜਿਹੜੀ ਆਲਟਰਨੇਟਿਵ ਪੋਲਿਟਿਕਸ ਦੀ ਇਹ ਗੱਲ ਕਰਦੇ ਸੀਗੇ, ਰੁਜ਼ਗਾਰ ਸੀਗਾ, ਸਿੱਖਿਆ, ਉਹ ਤਾਂ ਹੈ ਨਹੀਂਗਾ। ਤਾਂ ਇਸ ਕਰਕੇ ਮੈਨੂੰ ਨਹੀਂ ਲੱਗਦਾ ਵੀ ਇਹਨਾਂ ਦੀ ਹਿੰਦੂਤਵ ਪੋਲਿਟਿਕਸ ਹੈਜ਼ ਐਨੀ
ਕੋਈ ਕੰਪੀਟੀਸ਼ਨ ਹੈਗਾ ਵਾ, ਔਰ ਕੋਈ ਐਨੀ ਪਲੇਸ ਹੈਗੀ ਆ ਲੋਕਾਂ ਦੇ ਮਨਾਂ ਦੇ ਵਿੱਚ, ਖਾਸ ਕਰਕੇ ਆਊਟਸਾਈਡ ਸਟੇਟ, ਕਿਉਂਕਿ ਉਹਨਾਂ ਦੇ ਰਿਸੋਰਸਿਸ ਨਹੀਂ ਹੈ, ਪਾਰਟੀ ਨਹੀਂ ਹੈ। ਤੁਸੀਂ ਲਿਆ ਕੇ 4 ਬੰਦੇ ਖੜੇ ਕੀਤੇ, ਉਹ ਹੁੰਦਾ ਅਗਲੇ ਦਿਨ ਦੂਸਰੇ ਬੀਜੇਪੀ ਵਾਲੇ ਪਾਸੇ ਨੂੰ ਚਲ ਜਾਂਦੇ ਆ। ਤੋ ਇਸ ਕਰਕੇ ਸਾਡਾ ਜਿਹੜਾ ਵੋਟਰ ਹੈਗਾ ਉਹ ਵੀ ਆਟੋਨਮਸ ਹੋ ਗਿਆ। ਆਪਾਂ ਦੇਖਿਆ ਇਹ ਕੋਈ ਕਿਸੇ ਦੇ ਕਿਹਾ ਹੁਣ ਵੋਟ ਨਹੀਂ ਪਾਉਂਦਾ, ਕੋਈ ਇਹ ਟੇਕਨ ਫਾਰ ਗ੍ਰਾਂਟਡ ਨਹੀਂ ਹੈਗਾ। ਤੋ ਜਿਹੜਾ ਹਿੰਦੂਤਵ ਵਾਲੀ ਗੱਲ ਹੈਗੀ ਆ, ਜਦੋਂ ਤੁਹਾਡੇ ਕੋਲ ਏਡੇ ਵੱਡੇ ਸਾਡੇ ਕੋਲ ਠੇਕੇਦਾਰ ਬੈਠੇ ਹਿੰਦੂਤਵ ਵਾਲੇ, ਤੇ ਹੀ ਸਟੈਂਡਸ ਨੋ ਵੇਅਰ ਇਨ ਫਰੰਟ ਆਫ ਦੈਟ ਆਰਗੇਨਾਈਜੇਸ਼ਨ। ਪਰ ਜਿਹੜੀ ਇਹਦੀ ਐਫਰਟ ਹੈਗੀ ਅਲਟੀਮੇਟਲੀ ਇਹੀ ਲੱਗਦਾ ਕਿ ਜਿਹੜੇ ਇੱਥੇ ਐਲੀਗੇਸ਼ਨ ਸੀਗੇ ਕਿ ਬੀ ਟਾਈਮ ਹੈ, ਦੂਸਰੀ ਬੀ ਟੀਮ ਹੈਗੀ ਆ ਬੀਜੇਪੀ ਦੀ, ਜਾਂ ਬੀ ਟੀਮ ਹੈਗੀ ਆ ਜਿਹੜੀ ਹਿੰਦੂਤਵ ਦੀ। ਤੋ ਇਸ ਕਰਕੇ ਮੈਨੂੰ ਲੱਗਦਾ ਵੀ ਇਹ ਜਿਹੜਾ ਹੈਗਾ ਹੁਣ ਜ਼ਿਆਦਾ ਪੰਜਾਬ 'ਚ ਤੁਸੀਂ ਦੇਖਿਆ ਕਿ 2017 ਦੇ ਵਿੱਚ ਹੀ ਕ੍ਰਿਸ ਕ੍ਰਾਸ ਫਰਮ ਦਾ ਐਕਸਟ੍ਰੀਮ ਲੈਫਟ ਐਂਡ ਐਕਸਟ੍ਰੀਮ ਰਾਈਟ, ਜੇ ਦੇਖਿਆ ਹੋਵੇ, ਖਾਲਿਸਤਾਨੀਆਂ ਨੂੰ ਨਾਲ ਲੈ ਕੇ ਜਾਣਾ ਚਾਹੁੰਦਾ ਸੀਗਾ, ਤੇ ਜਿਹੜੇ ਨਕਸਲਾਈਟ ਸੀ ਉਹਨਾਂ ਨੂੰ ਨਾਲ ਲੈ ਕੇ ਜਾਣਾ ਚਾਹੁੰਦਾ ਸੀਗਾ। ਕਦੀ ਉਹਦੇ ਘਰ ਰਹਿੰਦਾ, ਅਲਟੀਮੇਟਲੀ ਇਸ ਕਿਸਮ ਦੀ ਅਲਟੀਮੇਟਲੀ ਲੋਕਾਂ ਨੇ ਆਊਟਰਾਈਟ ਰਿਜੈਕਟ ਕਰ ਦਿੱਤਾ। ਇਸ ਵਾਰੀ ਉਹ ਚੁੱਪ ਕੀਤਾ ਰਿਹਾ, ਔਰ ਹੀ ਗॉट ਸਕਸੈਸ ਓਵਰ देयर। ਦੂਸਰਾ ਹੋਰ ਵੀ ਰੀਜ਼ਨ ਬਹੁਤ ਸਾਰੇ ਹੁੰਦੇ, ਇੱਕ ਰੀਜ਼ਨ ਨਹੀਂ ਹੁੰਦਾ। ਤੋ ਇਸ ਕਰਕੇ ਜਿਹੜੀ ਇਹਨਾਂ ਦੀ ਇਸ ਕਿਸਮ ਦੀ ਹਿੰਦੂ ਪੋਲਿਟਿਕਸ ਹੈਗੀ ਆ, ਉਹ ਮੈਨੂੰ ਨਹੀਂ ਲੱਗਦਾ ਇਹਨਾਂ ਦੀ ਐਕਸੈਸ ਕਿੱਥੇ ਹੈ। ਇਹ ਮੱਧ ਪ੍ਰਦੇਸ਼ 'ਚ ਹੈ ਨਹੀਂ ਗੇ, ਉੜੀਸਾ 'ਚ ਹੈ ਨਹੀਂ ਗੇ, ਕਿਤੇ ਵੀ ਹੋਰ ਹੈ ਨਹੀਂ ਗੇ, ਸਵਾਏ ਪੰਜਾਬ ਤੋਂ। ਤੁਸੀਂ ਦੇਖੋ, ਆਈ ਡੂ ਨਾਟ ਥਿੰਕ ਉੱਥੇ ਹਰਿਆਣੇ ਦੇ ਵਿੱਚ ਇਲੈਕਸ਼ਨ ਹੋਣੀ, ਬਾਈ ਇਲੈਕਸ਼ਨ, ਉੱਥੇ ਕੀ ਬਣਦਾ ਵਾ ਉਹ ਤਾਂ ਮੈਨੂੰ ਪਤਾ ਨਹੀਂ ਹੈਗਾ। ਦਿੱਲੀ ਦੇ ਵਿੱਚ ਆਏ ਆ, ਦਿੱਲੀ 'ਚ ਫੰਕਸ਼ਨਲ ਉਹਨਾਂ ਦੀ ਜਿਹੜੀ ਹੈਗੀ ਐਕਸੈਪਟੇਬਿਲਿਟੀ ਹੈਗੀ ਆ। ਜੇ ਇਦਾਂ ਹੁੰਦੀ ਤੇ ਦਿੱਲੀ ਦੀਆਂ 7 ਪਾਰਲੀਮੈਂਟ ਦੀਆਂ ਸੀਟਾਂ ਵੀ ਇਹੀ ਜਿੱਤਦੇ। ਫੰਕਸ਼ਨਲ ਇਹ ਹੈਗੀ ਆ ਕਿ ਠੀਕ ਉੱਥੇ ਕੰਮਕਾਰ ਕਰੀ ਜਾਂਦੇ ਆ, ਬਿਜਲੀ ਲੋਕਾਂ ਨੂੰ ਦੇਈ ਜਾਂਦੇ ਆ, ਪਾਣੀ ਦੇਈ ਜਾਂਦੇ ਆ, ਛੋਟੀਆਂ ਮੋਟੀਆਂ ਸਮੱਸਿਆ ਜਿਹੜੀਆਂ ਉਹਨਾਂ ਦੀ ਹੱਲ ਹੋਈ ਜਾਂਦੀਆਂ। ਇਹਨਾਂ ਨੂੰ ਤਾਂ ਮਿਊਨਿਸਪਲ ਕਾਰਪੋਰੇਸ਼ਨ ਜਿਆਦਾ ਪਾਵਰਫੁਲ ਹੈਗੀ, ਚੱਲ ਠੀਕ ਹੈ ਕੰਮ ਕਰੀ ਜਾਂਦੇ ਆ, ਤੇ ਨਵੇਂ ਲੋਕਾਂ ਨੂੰ ਮੌਕਾ ਦਿੱਤਾ। ਚੰਗੀ ਗੱਲ ਹੈ, ਬੈਸਟ ਥਿੰਗ ਫॉर द ਆਮ ਆਦਮੀ ਪਾਰਟੀ ਇਜ਼ that it provided space to the young population, ਨਿਊ ਕਮਰਸ ਓਵਰ देयर। ਪਰ ਹੁਣ ਇਹ ਵੀ ਸਾਨੂੰ ਪਤਾ ਲੱਗਣ ਡਿਆ ਵੀ ਬਹੁਤ ਸਾਰੇ ਦੂਸਰੇ ਪਾਸੇ ਨੂੰ ਆਏ ਆ, ਘਾਗ ਜਿਹੜੇ ਪੁਰਾਣੇ ਸੀ ਉਹ ਇਸ ਪਾਸੇ ਲਾਏ ਆ, ਹੋਰ ਆ ਰਹੇ ਉਹਦੇ ਵਿੱਚੋਂ। ਤੋ ਇਸ ਕਰਕੇ ਇਹ ਸਾਰੇ ਪ੍ਰੋਸੈਸ ਦੇ ਵਿੱਚ, ਕਿਉਂਕਿ ਕਿਤੇ ਵੀ ਏਜੰਡਾ ਡਿਸਕਸ ਨਹੀਂ ਹੁੰਦਾ, ਦੇ ਨੈਵਰ ਪਬਲਿਕਲੀ ਡਿਸਕਲੋਜ਼ ਕਿ ਆਹ ਸਾਡਾ ਏਜੰਡਾ, ਆਹ ਸਾਡੀ ਵਿਚਾਰਧਾਰਾ ਹੈ। ਸਵਾਏ ਭਗਤ ਸਿੰਘ ਦੀ ਫੋਟੋ ਲਾਉਣ ਤੋਂ, ਚਾਹੇ ਉੱਥੇ ਸਹੁੰ ਖਾਣ ਤੋਂ, ਜਾਂ BR ਅੰਬੇਦਕਰ ਦੀ ਗੱਲ ਕਰਨ ਦੇ ਉੱਤੋਂ, ਜਾਂ ਇਨਕਲਾਬ ਜਿੰਦਾਬਾਦ, ਭਾਰਤ ਮਾਤਾ ਕੀ ਜੈ, ਉਹ ਕਰਨ ਤੋਂ ਬਿਨਾਂ ਬਾਕੀ ਇਹਨਾਂ ਦੀ ਤੁਸੀਂ ਦੇਖੋ ਨਾ, ਕਿਤੇ ਜਾ ਕੇ ਦੇਖੋ ਵੀ ਕੀ ਵਿਚਾਰਧਾਰਾ ਹੈਗੀ ਆ। ਇੱਕ ਤੁਸੀਂ ਜਿਹੜਾ ਹੈਗਾ ਬੰਦਾ ਦੱਸੋ ਜੀ ਕਿਹੜੇ ਨੂੰ CM ਬਣਾਉਣਾ, ਚੱਲਦਾ ਥੋੜੇ ਸਮੇਂ ਵਾਸਤੇ, ਜਾਂ ਇਹਦੇ ਮੈਂਬਰ ਬਣਨਾ ਜੀ, ਉਹ ਅਸੀਂ ਫੋਨ ਜਿਹੜਾ ਹੈਗਾ ਵਾ ਇਹਨੂੰ ਤੁਸੀਂ ਇੱਕ ਬੈਲ ਕਰੋ, ਤੁਸੀਂ ਮੈਂਬਰ ਬਣ ਜਾਓਗੇ। ਟੂ ਬੀ ਏ ਮੈਂਬਰ ਆਫ ਏ ਪੋਲੀਟੀਕਲ ਪਾਰਟੀ ਮੀਨਸ that you are inducting them into a political process। ਤੁਸੀਂ ਉਹਨੂੰ ਟ੍ਰੇਨਿੰਗ ਦੇ ਰਹੇ ਜੋ ਜਾਂ ਨਹੀਂ ਦੇ ਰਹੇ। ਸੋ ਮੈਨੂੰ ਇਹ ਲੱਗਦਾ ਕਿ ਇਹ ਠੀਕ ਹੈ, ਲੈਟਸ ਸੀ that what happens in ਗੁਜਰਾਤ, ਐਟਲੀਸਟ ਇਹ ਜ਼ਰੂਰ ਹੋ ਸਕਦਾ ਸੀ, ਪਰ ਮੈਨੂੰ ਨਹੀਂ ਲੱਗਦਾ ਕਿ BJP ਉੱਥੇ ਨੂੰ ਇਸ ਇਸ਼ੂ ਦੇ ਉੱਤੇ ਕੋਈ ਸਪੇਸ ਲੈਣ ਦਊਗੀ। ਇਹਦੇ ਨਾਲੋਂ ਤਾਂ ਉਸ ਮਾਮਲੇ ਦੇ ਵਿੱਚ ਕਾਂਗਰਸ ਚੰਗੀ ਹੈਗੀ ਆ। ਕਾਂਗਰਸ ਇਜ਼ ਸਟਿਲ ਟਾਕਿੰਗ ਅਬਾਊਟ ਸਾਇਲੈਂਟਲੀ, ਇੱਕ ਸਾਇਲੈਂਟ ਉਹਨਾਂ ਦਾ ਜਿਹੜੀ ਕੰਪੇਨ ਚੱਲ ਰਹੀ ਆ, ਪਾਰਟਿਕੂਲਰਲੀ ਇਨ ਦਾ ਰੂਰਲ ਏਰੀਆਸ ਵੇਅਰ ਦੇ ਹੈਵ ਅ ਵੈਰੀ ਸਟਰੋਂਗ ਬੇਸ। ਕਾਂਗਰਸ ਦਾ ਕਦੀ ਵੀ 35% ਤੋਂ ਘੱਟ ਵੋਟ ਸ਼ੇਅਰ ਆਇਆ ਹੀ ਨਹੀਂਗਾ। ਇਟਸ ਕੁਆਇਟ ਲਾਈਕਲੀ ਕਿ ਦਿਸ ਟਾਈਮ ਜਿਹੜਾ ਹੈ ਇਹ ਪਾਰਟੀ ਆ ਜੇ BJP ਨੂੰ ਕਾਟ ਕਰੇ, ਪਰ BJP ਕੋ ਇੰਨਾ ਵੱਡਾ ਢਾਂਚਾ ਹੈਗਾ ਵਾ, ਲਾਸਟ ਮਿੰਟ ਦੇ ਉੱਤੇ ਜਾ ਕੇ ਦੇ ਕੈਨ ਟਿਲਟ ਦਾ ਜਿਹੜਾ ਸਾਰਾ ਹੈਗਾ ਸੀਗਾ ਆਪਣਾ ਗੋਲ ਪੋਸਟ ਜਿਹੜੀ ਉਹ ਟਿਲਟ ਕਰ ਦਿੰਦੇ ਆ। Where he will stand in case he loses Gujarat, which is likely, or Himachal, you see that many people will raise this question that ਤੁਸੀਂ ਅੱਜ raise ਕੀਤਾ ਨਾ, what went wrong with your Hindutva, how come that the BJP's or Modi's Hindutva ਜਿਹੜਾ ਸੀਗਾ it got success over there। ਸਰ ਪੰਜਾਬੀ ਕਦੀ ਭੁੱਲ ਸਕਣਗੇ ਅਰਵਿੰਦ ਕੇਜਰੀਵਾਲ ਜੀ ਦੇ ਇਸ ਬਿਆਨ ਨੂੰ ਕਿ ਨੋਟਾਂ ਤੇ ਇੱਕ ਪਾਰਟਿਕੂਲਰ ਧਰਮ ਦੇ ਦੇਵੀ ਦੇਵਤਿਆਂ ਦੀਆਂ ਤਸਵੀਰਾਂ ਹੋਣੀਆਂ ਚਾਹੀਦੀਆਂ? ਕਿਵੇਂ ਪੰਜਾਬੀ ਐਕਸੈਪਟ ਕਰਨਗੇ ਅਰਵਿੰਦ ਕੇਜਰੀਵਾਲ ਜੀ ਨੂੰ? ਮੇਰੇ ਖਿਆਲ ਬੈਕਫੁੱਟ ਤੇ ਚਲਾ ਗਿਆ, ਉਹ ਪਿਛਾਂ ਚਲਾ ਗਿਆ, ਨੁਕਸਾਨ ਹੋਇਆ ਜੀ। ਇਹ ਸਾਨੂੰ ਪੁੱਛਣਾ ਚਾਹੀਦਾ ਸੀ, ਭਗਵੰਤ ਮਾਨ ਨੂੰ ਪੁੱਛਣਾ ਚਾਹੀਦਾ ਵਟ ਤੇਰਾ ਕੀ ਵਿਊ ਪੁਆਇੰਟ ਹੈ। ਕੀ ਭਗਵੰਤ ਮਾਨ ਇਹ ਗੱਲ ਕਹਿੰਦਾ? ਕੀ ਭਗਤ ਸਿੰਘ ਨੇ ਗੱਲ ਕਹੀ ਸੀਗੀ? ਕੀ ਜਿਹੜਾ ਹੈਗਾ ਸੀ BR ਅੰਬੇਦਕਰ ਨੇ ਗੱਲ ਕਹੀ ਸੀ? ਇਹਨਾਂ ਨੇ ਅਪੋਜੀਸ਼ਨ ਪਾਰਟੀਆਂ ਨੂੰ ਜਿਹੜਾ ਕਹਿੰਦੇ ਨਾ ਇੱਕ ਉਹ ਮਸਾਲਾ ਦੇ ਦਿੱਤਾ, ਸਮਾਨ ਦੇ ਦਿੱਤਾ, ਰੇਜ਼ ਦੈਟ ਇਸ਼ੂ। ਇਹਦੇ ਨਾਲ ਹੋਊਗਾ ਕਿ ਇਹ ਬਹੁਤ ਡਿਸਟੈਂਸ ਲੈ ਲੈਣਗੇ, ਜਿੱਥੇ ਵੀ ਚੱਲਣਗੇ 800-700 ਪੁਲਿਸਮੈਨ ਹੋਊਗਾ ਜਿੱਦਾਂ ਅਮਰਿੰਦਰ ਸਿੰਘ ਚੱਲਦਾ ਸੀਗਾ ਜਾਂ ਸੁਖਬੀਰ ਬਾਦਲ ਨਹੀਂ ਚੱਲਦੇ ਸੀ। ਲੋਕਾਂ ਨੂੰ ਨਾਤਾ ਟੁੱਟ ਜਾਊਗਾ, ਇਹ ਲੋਕਾਂ ਨੂੰ ਫੇਸ ਨਹੀਂ ਕਰਨਗੇ, ਉਹਦੇ ਵਿੱਚ ਪਿਛਾਂ ਹਟ ਜਾਣਗੇ। ਪੰਜਾਬ ਦੇ ਵਿੱਚ ਬਹੁਤ ਕਲੀਅਰ ਹੈਗਾ, ਪੰਜਾਬ ਨੇ ਤਾਂ ਜਿੱਦਾਂ ਉਹਨਾਂ ਨੂੰ ਪੜ੍ਹਨੇ ਪਾਤਾ ਥੈਂਕਸ ਟੂ ਦਾ ਕਿਸਾਨ ਐਜੀਟੇਸ਼ਨ, ਜਿਨ੍ਹਾਂ ਨੇ ਐਮਪਾਵਰ ਵੀ ਕੀਤਾ ਲੋਕਾਂ ਨੂੰ ਔਰ ਜਿਨ੍ਹਾਂ ਨੇ ਲੋਕਾਂ ਨੂੰ ਪੋਲੀਟੀਕਲ ਆਟੋਨੋਮਸ ਵੀ ਕੀਤਾ। ਤੇ ਇਸ ਕਰਕੇ ਜਦੋਂ ਇਹ ਸਵਾਲ ਪੁੱਛਣਗੇ ਤੇ ਫਿਰ ਜਵਾਬ ਤਾਂ ਇਹਨਾਂ ਨੂੰ ਦੇਣਾ ਪਊਗਾ।
ਇਹ ਤਾਂ ਜ਼ਿਆਦਾ ਡਿਸਓਨ ਕਰਨ ਕਿ ਉਹ ਸਟੇਟਮੈਂਟ ਜਿਹੜੀ ਸੀ, ਪਰ ਇਹ ਤਾਂ ਓਨ ਕਰਦੇ ਹੋ ਸਾਡਾ ਨੈਸ਼ਨਲ ਕਨਵੀਨਰ ਹੈਗਾ, ਉਹਨੂੰ ਪ੍ਰਧਾਨ ਮੰਤਰੀ ਕਹਿੰਦੇ ਬਣੂਗਾ ਉਹਦੇ ਵਿੱਚੋਂ ਕਰਕੇ। ਮਾਨ ਸਾਹਿਬ ਤਾਂ ਹਰ ਗੱਲ ਉਹਦੇ ਨਾਲ ਜੋੜਦੇ ਆ। ਦੈਟ ਇਜ਼ ਦ ਕ੍ਰਾਈਸਿਸ ਕਿ ਜੇ ਉਹ ਤੋਂ ਬਾਹਰ ਨਹੀਂ ਆਉਂਦਾ ਉਹਦੇ ਫੋਬੀਆ ਤੋਂ, ਤਾਂ ਠੀਕ ਆ, ਮੁੱਖ ਮੰਤਰੀ ਇੱਕ ਵਾਰੀ ਬਣ ਗਏ, ਠੀਕ ਆ, ਸਾਰਾ ਕੁਝ ਠੀਕ ਹੈਗਾ ਵਾ। ਅਗਲੀ ਇਲੈਕਸ਼ਨ ਦੇ ਵਿੱਚ ਦੇ ਵਿਲ ਫੇਸ ਸੀਰੀਅਸ ਚੈਲੰਜ ਇਸ ਇਸ਼ੂ ਦੇ ਉੱਤੇ। ਲੋਕਾਂ ਨੇ ਵੋਟਾਂ ਜਿਹੜੀਆਂ ਸੀਗੀਆਂ, ਇਹਦੇ ਨਾਲ ਇਹ ਵੀ ਸੀਗਾ ਕਿ ਕਮਿਊਨਲ ਪੋਲਿਟਿਕਸ ਜਿਹੜੀ ਬੀਜੇਪੀ ਦੀ, ਹਿੰਦੂਆਂ ਨੇ ਉਹਨਾਂ ਦੀ ਕਮਿਊਨਲ ਪੋਲਿਟਿਕਸ ਨੂੰ ਰਿਜੈਕਟ ਕੀਤਾ, ਸਿੱਖਾਂ ਨੇ ਅਕਾਲੀ ਦਲ ਦੇ ਪੰਥਕ ਏਜੰਡੇ ਨੂੰ ਰਿਜੈਕਟ ਕੀਤਾ, ਕਾਂਗਰਸ ਦੀ ਜਿਹੜੀ ਹੈਗੀ ਸੀ ਕਰਪਸ਼ਨ ਦਾ ਏਜੰਡੇ ਨੂੰ ਲੋਕਾਂ ਨੇ ਰਿਜੈਕਟ ਕੀਤਾ। ਤੇ ਇਹ ਜਿਹੜਾ ਨਵਾਂ ਐਕਸਪੈਰੀਮੈਂਟ ਕੀਤਾ ਸੀਗਾ, ਜੇ ਨਵਾਂ ਐਕਸਪੈਰੀਮੈਂਟ ਵੀ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਥੱਲੇ ਡਿੱਗਦਾ ਹੈ, ਜਾਂ ਪੰਜਾਬ ਦੇ ਜਿਹੜੇ ਲੋਕਾਂ ਦਾ ਵੈਲਿਊ ਸਿਸਟਮ ਹੈਗਾ, ਜਿਹਦੇ ਵਾਸਤੇ ਇਹ ਭਗਤ ਸਿੰਘ ਜਾਂ ਬੀ ਆਰ ਅੰਬੇਦਕਰ ਸਾਡੇ ਆਈਕਨ ਹੈਗੇ ਆ, ਤੇ ਫਿਰ ਮੈਨੂੰ ਲੱਗਦਾ ਵੀ there will be a serious challenge to this dispensation in the times to come। ਜੀ ਸਰ, ਮੈਨੂੰ ਲੱਗਦਾ ਆਪਾਂ ਨੂੰ ਇਸ ਗੱਲਬਾਤ ਨੂੰ ਵਿਰਾਮ ਦੇਣਾ ਚਾਹੀਦਾ। ਸੋ ਦੁਬਾਰਾ ਜ਼ਰੂਰ ਅਸੀਂ ਚਾਹਾਂਗੇ ਕਿ ਸਾਡੇ ਨਾਲ ਤੁਸੀਂ ਆਪਣੇ ਵਿਚਾਰ ਸਾਂਝੇ ਕਰਦੇ ਰਹੋ। ਅੱਜ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਰ।